है। धनासरी राग दे अंदर ये शब्द है कि हम अंधुले अंध बिखै बिखराते, क्यों चल है गुर चाली, सतगुर दया करे सुख दाता, हम लावे आपन पाली। ਜਿਹੜਾ इस शब्द ਦੇ ਵਿੱਚ ਉਪਦੇਸ਼ ਹੈ ਉਹ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਉਪਦੇਸ਼ ਦਿੰਦੇ ਨੇ ਕਿ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਕਿ ਇਹ ਮੇਰੇ ਗੁਰਸਿੱਖ ਮਿੱਤਰੋ, ਜੋ ਗੁਰੂ ਨੇ ਰਸਤਾ ਦਿੱਤਾ ਹੈ, ਜੋ ਗੁਰੂ ਨੇ ਮਾਰਗ ਦੱਸਿਆ ਹੈ, ਜੋ ਗੁਰੂ ਨੇ ਮੱਤ ਦਿੱਤੀ ਹੈ, ਗੁਰੂ ਦੀ ਦਿੱਤੀ ਹੋਈ ਮੱਤ 'ਤੇ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕਰੋ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ, ਜੋ ਵੀ ਤੁਹਾਨੂੰ ਗੁਰੂ ਕਹਿੰਦਾ, ਭਾਵ ਜੋ ਗੁਰੂ ਸਾਹਿਬ ਜੀ ਅਕਲ ਬਖਸ਼ਿਸ਼ ਕਰਦੇ ਨੇ, ਸਿੱਖਿਆ ਬਖਸ਼ਿਸ਼ ਕਰਦੇ ਨੇ, ਗਿਆਨ ਬਖਸ਼ਿਸ਼ ਕਰਦੇ ਨੇ, ਉਸ ਗੁਰੂ ਦੇ ਦਿੱਤੇ ਹੋਏ ਗਿਆਨ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਨੇ ਆਖਿਆ ਹੈ ਉਹਨੂੰ ਭਲਾ ਕਰਕੇ ਮੰਨ ਲੈਣਾ ਕਰ, ਕਿ ਗੁਰੂ ਨੇ ਜੋ ਮੈਨੂੰ ਗੁਰਮਤਿ ਬਖਸ਼ਿਸ਼ ਕੀਤੀ, ਗਿਆਨ ਬਖਸ਼ਿਸ਼ ਕੀਤਾ ਹੈ, ਇਹ ਮੇਰੇ ਭਲੇ ਵਾਸਤੇ ਕੀਤਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਰ ਹਰ ਕਥਾ ਨਿਰਾਲੀ ਭਾਈ, ਉਸ ਪਰਿਪੂਰਨ ਪਰਮਾਤਮਾ ਦੀ ਬੜੀ ਨਿਰਾਲੀ ਜਿਹੜੀ ਜੀਵਨ ਨੂੰ ਬਦਲ ਦੇਣ ਵਾਲੀ, ਜੀਵਨ ਨੂੰ ਪਲਟ ਦੇਣ ਵਾਲੀ ਜਿਹੜੀ ਕਥਾ ਹੈ, ਉਹਦੀ ਵਡਿਆਈ, ਉਹਦੀ ਮਹਿਮਾ ਹੈ, ਉਹਦੀ ਸਿਫਤ ਸਲਾਹ ਦੇ ਨਾਲ ਜੁੜਨਾ ਕਰ। ਆਓ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਬੜੇ ਪਿਆਰੇ ਇਹ ਬਚਨ ਸਾਨੂੰ ਬਖਸ਼ਿਸ਼ ਕਰਦੇ ਪਏ ਨੇ ਕਿ ਗੁਰਸਿੱਖ ਮੀਤ ਐ ਮੇਰੇ ਗੁਰਸਿੱਖ ਮਿੱਤਰੋ, ਦੁਨੀਆ 'ਤੇ ਐਸਾ ਕੋਈ ਮੁਰਸ਼ਦ, ਐਸਾ ਕੋਈ ਪੀਰ ਪੈਗੰਬਰ ਅਵਤਾਰ ਔਲੀਆ ਨਹੀਂ ਆਇਆ ਜਿਨ੍ਹੇ ਆਪਣੇ ਚੇਲਿਆਂ ਨੂੰ ਆਪਣੇ ਮਿੱਤਰ, ਆਪਣੇ ਭਰਾ ਆਖਿਆ ਹੋਵੇ। ਆਪਣੇ ਚੇਲੇ ਤੇ ਸਾਰੀ ਬਣਾਉਂਦੇ ਰਹੇ, ਆਪਣੇ ਤੋਂ ਨੀਵੇਂ ਦਰਜੇ ਤੇ ਰੱਖਦੇ ਰਹੇ, ਪਰ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਘਰ ਹੈ, ਜਿੱਥੇ ਜਾਤ ਕੋਈ ਵੀ ਹੋਵੇ, ਵਰਨ ਕੋਈ ਵੀ ਹੋਵੇ, ਚਾਹੇ ਕੋਈ ਗਰੀਬ ਹੋਵੇ, ਚਾਹੇ ਕੋਈ ਅਮੀਰ ਹੋਵੇ, ਉਹਨੂੰ ਇੱਕ ਬਰਾਬਰਤਾ ਦਿੱਤੀ ਗਈ, ਉਹਨੂੰ ਆਪਣੇ ਬਰਾਬਰ ਬਿਠਾ ਕੇ ਆਖਿਆ ਗਿਆ, ਭਾਈ ਦੁਨੀਆ ਦੇ ਲੋਕ ਲੱਖ ਤੈਨੂੰ ਨੀਚ ਸ਼ੂਦਰ ਜਾਂ ਕੋਈ ਹੋਰ ਅਪਮਾਨਿਤ ਸ਼ਬਦਾਂ ਨਾਲ ਦੁਰਕਾਰਦੇ ਹੋਣਗੇ, ਪਰ ਗੁਰੂ ਨਾਨਕ ਦੇ ਘਰ ਵਿੱਚ ਤੂੰ ਭਾਈ ਹੈ, ਤੂੰ ਭਰਾ ਹੈ ਸਾਡਾ, ਤੂੰ ਮਿੱਤਰ ਹੈ ਸਾਡਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਭਾਈ ਸ਼ਬਦ ਭਾਈ ਮਰਦਾਨੇ ਨੂੰ ਆਖਿਆ, ਜਿਹਨੂੰ ਉਸ ਸਮੇਂ ਦੀ ਅਖੌਤੀ ਵਰਨ ਵੰਡ ਨੀਚ ਤੇ ਸ਼ੂਦਰ ਦੱਸਦੀ ਹੈ, ਤੇ ਜਿਸ ਦੇ ਲਾਗੇ ਬਹਿਣਾ ਵੀ ਕੋਈ ਪਸੰਦ ਨਹੀਂ ਸੀ ਕਰਦਾ। ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਿਆ ਲੋਕ ਤੈਨੂੰ ਜੋ ਮਰਜ਼ੀ ਆਖਣ, ਪਰ ਗੁਰੂ ਨਾਨਕ ਤੈਨੂੰ ਆਪਣਾ ਭਰਾ ਕਹਿੰਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਆਪਣਾ ਭਾਈ ਬਣਾਇਆ ਕਿ ਤੂੰ ਮੇਰਾ ਭਰਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਗੁਰਸਿੱਖ ਮੀਤ ਐ ਗੁਰੂ ਦੀ ਸਿੱਖਿਆ ਲੈਣ ਵਾਲੇ ਮੇਰੇ ਮਿੱਤਰੋ, ਚੱਲੋ ਗੁਰ ਚਾਲੀ। ਜਿਹੜੀ ਗੁਰੂ ਨੇ ਚਾਲ ਤੋਰੀ ਹੈ, ਜਿਹੜਾ ਗੁਰੂ ਨੇ ਮਾਰਗ ਦਰਸਾਇਆ ਹੈ, ਜਿਹੜਾ ਗੁਰੂ ਨੇ ਰਸਤਾ ਦੱਸਿਆ ਹੈ, ਗੁਰੂ ਦੇ ਦਰਸਾਏ ਮਾਰਗ 'ਤੇ ਤੁਰਨਾ ਕਰ, ਗੁਰੂ ਦੇ ਦੱਸੇ ਹੋਏ ਰਾਹ 'ਤੇ ਚੱਲ। ਤੇ ਭੱਟ ਸਾਹਿਬਾਨ ਨੇ ਬੜੇ ਪਿਆਰੇ ਬਚਨ ਆਖੇ ਨੇ, ਕਹਿੰਦੇ ਨੇ, ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ, ਧਰਮ ਪੰਥ ਧਰਿਓ ਧਰਣੀ ਧਰ, ਆਪ ਰਹੇ ਲਿਵਤਾਰ ਨ ਧਾਵਤ ਹੈ, ਮਥੁਰਾ ਪਨ ਭਾਗ ਭਲੇ ਉਨਕੇ, ਮਨ ਇਸ਼ਤ ਹੀ ਫਲ ਪਾਵਤ ਹੈ, ਰਵ ਕੇ ਸੁਤ ਕੋ ਤਿਨ ਤਰਾਸ ਕਹਾਂ, ਜੋ ਗੁਰ ਚਰਨ ਗੁਰੂ ਚਿਤ ਲਾਵਤ ਹੈ। ਕਹਿੰਦੇ ਉਹਨਾਂ ਨੂੰ ਤੇ ਸੂਰਜ ਦੇ ਪੁੱਤ ਧਰਮ ਰਾਜ ਭਾਵ ਮੌਤ ਦੇ ਜਮਰਾਜ ਦਾ ਵੀ ਕੋਈ ਡਰ ਨਹੀਂ, ਜਿਹੜੇ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਗਏ ਨੇ, ਜਿਹੜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਸਾਏ ਮਾਰਗ 'ਤੇ ਤੁਰਦੇ ਨੇ, ਜੰਮ ਵੀ ਉਹਨਾਂ ਦਾ ਕੁਝ ਵਿਗਾੜ ਨਹੀਂ ਜੇ ਸਕਦੇ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨੋ,
जो गुरु ने आख्या है ਉਹਨੂੰ अपना भला करके मान लो कि मेरे गुरु ने मैनू चंगी अकल मेरे भले वास्ते मैनू ज्ञान बख्शिश किया है। भाई गुरदास जी ने बड़ा प्यारा एक कवित उच्चारण किया है। 3 उदाहरणा दे के भाई गुरदास जी ने सिख नू ते गुरबाणी पढ़न सुनन ते विचारण वाले हर एक मनुख मात्र नू ये उपदेश दिता, भाई केवल गा लैना सुन लैना ते अखां मीट के उस गाए सुने नू विचारना ही काफ़ी नहीं, जिन्ना चिर तू उस गुरु दे दर्शाए मार्ग ते तुरदा नहीं, जिन्ना चिर तू गुरु दे उपदेश नू अपने जीवन विच नहीं ढालिया। भाई गुरदास जी ने एक उदाहरण दिती है, कहते पूछत पथक तह मार्ग न धारै पग, प्रीतम कै देश कैसे बातन कै जाइए। कहते तू अपने किसी प्यारे मित्र के घर जाना है, वो तेरा प्यारा मित्र किसी दूसरे शहर में रहिंदा है ते उस प्यारे मित्र के शहर जाण वास्ते तैनूं रस्ते का पता नहीं, ते तू उस शहर के जानकार किसी मनुख नूं पुछे कि भाई मेरा मित्र फलाने शहर में रहिंदा है, मैनू मेरे मित्र के शहर जाण का रस्ता दस दे। वो कहंदा हाँ मैं तेरे मित्र के शहर के रस्ते नूं जानदा हाँ, इस रस्ते ते तू कदम रख ते सीधे मार्ग ते तुरिया जाई, तू अपने मित्र के घर पहुँच जाएगा। पर भाई गुरदास जी कहंदे ने पुछ ते लिया कि मेरा मित्र जिस शहर में रहिंदा उस शहर नूं राह किहड़ा जांदा है, पर उस रस्ते ते कदे कदम ही नहीं धरिया, उस मार्ग ते तुरिया ही नहीं, ते दसो वो अपने प्यारे मित्र के नगर शहर वो घर कदे पहुँच सकेगा। भाई गुरदास जी कहते पूछत पथक, किसी राही पांदी नूं पुछया कि मालक परमात्मा के घर नूं राह किहड़ा जांदा है। इउं आखिए गुरु मालक के घर के राह नूं जाणदा सी, गुरु नूं पुछया कि सतगुरु जी परमात्मा के घर नूं जाण वाले मार्ग के बारे दस दिओ, ते गुरु ने वो मार्ग दस दिता कि इस मार्ग ते तुर, इस रस्ते ते तुर गुरसिख मीत चलो गुर चाली, तू गुरु दे दर्शाए मार्ग ते तुर, तू परमात्मा दे घर पहुँच जाएगा। पर भाई गुरदास जी कहते पूछत पथक, मार्ग पुछ लिया पर तिह मार्ग ना धारै पग, उस रस्ते ते कदम ही नहीं धरिया। ते भाई गुरदास जी कहते प्रीतम कै देश कैसे बातन कै जाइए, गल्लां दे नाल रब दे घर जावांगे। ते मेरे वर्गे बड़े ने ਜਿਹੜੇ ਦੂਜਿਆਂ ਨੂੰ ਪ੍ਰੇਰਦੇ ਨੇ ਜਾਂ ਰੱਬ ਦੇ ਘਰ ਦੀਆਂ ਬੜੀਆਂ ਉੱਚੀਆਂ ਗੱਲਾਂ ਕਰਦੇ ਨੇ, ਤੇ ਜੇ ਪੁੱਛੋ ਭਾਈ ਨਿਤਨੇਮ ਕਰਦਾ, ਭਾਈ ਗੁਰਬਾਣੀ ਪੜ੍ਹਦਾ, ਸਤਿਗੁਰੂ ਨਾਮ ਦਾ ਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ, ਕਿ ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰਕੇ ਕਦੇ ਗੁਰੂ ਘਰ ਜਾਂਦਾ, ਕਿ ਤੂੰ ਗੁਰੂ ਘਰ ਜਾ ਕੇ ਕੋਈ ਸੇਵਾ ਸਿਮਰਨ ਵਾਲੇ ਪਾਸੇ ਜੁੜਿਆ। ਤੇ ਮਾਫ ਕਰਨਾ ਮੇਰੇ ਵਰਗੇ ਬਹੁਤਿਆਂ ਦਾ ਜਵਾਬ ਨਾ ਹੀ ਹੋਏਗਾ। ਇਹ ਤੇ ਕੋਈ ਵਿਰਲੇ ਹੀ ਨੇ ਨਾ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਪਾਣ ਕਰਦੇ, ਆਪ ਬਾਣੀ ਪੜ੍ਹਦੇ ਨੇ, ਗੁਰੂ ਘਰ ਆਉਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਸੰਗਤ ਵਿੱਚ ਬੈਠਦੇ ਨੇ, ਕੋਈ ਗੁਰੂ ਦੀ ਗਿਆਨ ਦੀ ਮੱਤ ਧਾਰਨ ਕਰਦੇ ਨੇ, ਕੋਈ ਗੁਰਮਤਿ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਦੇ ਨੇ। ਪਰ ਭਾਈ ਗੁਰਦਾਸ ਜੀ ਕਹਿੰਦੇ ਜੇ ਕੇਵਲ ਗੱਲਾਂ ਹੀ ਕਰਦੇ ਹੋ ਤੇ ਉਸ ਮਾਰਗ ਦੇ ਪਾਂਧੀ ਨਹੀਂ ਬਣੇ, ਤੁਸੀਂ ਕਦੇ ਰੱਬ ਦੇ ਘਰ ਨਹੀਂ ਪਹੁੰਚ ਸਕੋਗੇ। ਪੁਛਤ ਪਥਕ ਤਹ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੈ ਦੇਸ ਕੈਸੇ ਬਾਤਨ ਕੈ ਜਾਈਐ। ਤੇ ਅਗਲੀ ਉਦਾਹਰਣ ਭਾਈ ਗੁਰਦਾਸ ਜੀ ਦਿੰਦੇ ਨੇ, ਕਹਿੰਦੇ ਪੁਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੈ, कैसे मिटे रोग सुख सहज समाइए। भाई गुरदास जी कहते एक बंदे नूं रोग लग गया, वो जिहड़ा रोगी सी एक सियाणे जे वैद दे कोल चले गया। वैद नूं जाके कहंदा वैद जी मेरे तन नूं आ रोग लग गया है, ते किरपा करके मैनूं कोई औषधि कोई दवा दिओ जिस दवा दे नाल मेरा ये रोग ठीक हो जाए। वैद ने उहदे रोग नूं सुनिया, वैद ने उहदे दुख उहदी तकलीफ नूं सुनिया कि इहनूं किहड़ा रोग व्याप गया। उस सियाणे वैद ने उस औषधि दवाई दियां 3-4 पुड़ियां बनाईयां, उस रोगी नूं दित्तियां ते कहण लग्या वेख भाई आ पुड़ियां तू इस ढंग नाल इन्ने टाइम ते खाणियां ने, ते याद रखी
ਜੇ ਦਵਾ ਖਾਣੀ ਹੈ ਤੇ ਦਵਾ ਖਾਣ ਦੇ ਨਾਲ ਕੁਝ ਚੀਜ਼ਾਂ ਦਾ ਪਰਹੇਜ਼ ਵੀ ਕਰੀ। ਕੋਈ ਸੰਜਮਤਾ ਵੀ ਰੱਖਣੀ ਪਏਗੀ, ਖਾਣ ਪੀਣ ਦੀਆਂ ਚੀਜ਼ਾਂ ਤੇ ਪਰਹੇਜ਼ ਰੱਖੀ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਰੋਗੀ ਸੀ ਵੈਦ ਦੇ ਕੋਲੋਂ ਦਵਾਈ ਲੈ ਆਇਆ, ਘਰ ਆ ਕੇ ਉਹਨੇ ਵੈਦ ਦੀ ਦਿੱਤੀ ਹੋਈ ਦਵਾਈ ਤੇ ਖਾਧੀ, ਪਰ ਵੈਦ ਨੇ ਜਿਹੜੇ ਉਹਨੂੰ ਸੰਜਮ ਦੱਸੇ ਸੀ, ਪਰਹੇਜ਼ ਦੱਸੇ ਸੀ, ਉਹ ਪਰਹੇਜ਼ ਨਾ ਕਰ ਸਕਿਆ। ਤੇ ਜਦੋਂ ਪਰਹੇਜ਼ ਨਹੀਂ ਕੀਤੇ, ਦਵਾਈ ਨੇ ਕੰਮ ਨਾ ਕੀਤਾ, ਤੇ 4 ਦਿਨ ਬਾਅਦ ਵੈਦ ਕੋਲ ਚਲੇ ਗਿਆ। ਕਹਿੰਦਾ ਵੈਦ ਜੀ ਮੈਂ ਦਵਾਈ ਖਾਧੀ, ਮੇਰਾ ਰੋਗ ਨਹੀਂ ਮਿਟਿਆ। ਤੇ ਵੈਦ ਪੁੱਛਦਾ ਦਵਾਈ ਖਾਣ ਤੋਂ ਬਾਅਦ ਪਰਹੇਜ਼ ਕੀਤਾ? ਤੇ ਕਹਿੰਦਾ ਨਾ, ਪਰਹੇਜ਼ ਤਾਂ ਨਹੀਂ ਕਰ ਸਕਿਆ। ਤੇ ਵੈਦ ਜੀ ਕਹਿੰਦੇ ਫਿਰ ਕੈਸੇ ਮਿਟਾ ਰੋਗ? ਭਾਈ ਤੇਰਾ ਰੋਗ ਕਿਵੇਂ ਮਿਟੇਗਾ? ਤੂੰ ਦਵਾ ਤੇ ਖਾਧੀ ਪਰ ਤੂੰ ਸੰਜਮ ਨਾ ਰੱਖੀ। ਤੇ ਮਾਫ ਕਰਨਾ, ਬੇਨਤੀ ਕਰਾਂ, ਗੁਰੂ ਵੈਦ ਹੈ, ਗੁਰੂ ਦੇ ਕੋਲ ਅਸੀਂ ਆਏ, ਆਪਣੇ ਅੰਦਰ ਦੇ ਦੁੱਖ ਗੁਰੂ ਨੂੰ ਦੱਸੇ। ਗੁਰੂ ਜੀ ਨੇ ਆਖਿਆ ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਭਾਈ ਤੂੰ ਬਾਣੀ ਗਾਇਆ ਕਰ, ਤੈਨੂੰ ਸੁੱਖ ਮਿਲੇਗਾ। ਧੁਰ ਕੀ ਬਾਣੀ ਆਈ, ਤੈਨੂੰ ਸਗਲੀ ਚਿੰਤ ਮਿਟਾਈ। ਗੁਰੂ ਜੀ ਨੇ ਆਖਿਆ ਸੇਵਾ ਕਰਿਆ ਕਰ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ। ਸਤਿਗੁਰੂ ਜੀ ਨੇ ਆਖਿਆ ਸਿਮਰਨ ਕਰਿਆ ਕਰ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਗੁਰੂ ਨੇ ਦਵਾਈ ਤੇ ਦੇ ਦਿੱਤੀ, ਪਰ ਨਾਲ ਗੁਰੂ ਨੇ ਆਖਿਆ ਪਰਹੇਜ਼ ਵੀ ਰੱਖੀ। ਪਰ ਕਾ ਬੁਰਾ ਨਾ ਰੱਖੋ ਚੀਤ, ਤੂੰ ਕਿਸੇ ਦੇ ਬਾਰੇ ਬੁਰਾ ਨਹੀਂ ਸੋਚਣਾ ਆਪਣੇ ਮਨ ਦੇ ਵਿੱਚ। ਹੱਥਾਂ ਨਾਲ ਕਿਸੇ ਦਾ ਬੁਰਾ ਕਰਨਾ ਨਹੀਂ, ਅੱਖਾਂ ਨਾਲ ਬੁਰਾ ਤੱਕਣਾ ਨਹੀਂ, ਕੰਨਾਂ ਨਾਲ ਬੁਰਾ ਸੁਣਨਾ ਨਹੀਂ, ਪੈਰਾਂ ਨਾਲ ਚੱਲ ਕੇ ਬੁਰੇ ਪਾਸੇ ਨਹੀਂ ਜਾਣਾ। ਤੇ ਸਭ ਤੋਂ ਵੱਡੀ ਗੱਲ ਕਿ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਬੁਰਾ ਫੁਰਨਾ ਨਹੀਂ ਆਉਣ ਦੇਣਾ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਕਿਸੇ ਨਾਲ ਈਰਖਾ ਨਹੀਂ ਕਰਨੀ। ਭਾਈ ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਣ, ਜਾਂ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਇਹ ਸੰਜਮ, ਇਹ ਪਰਹੇਜ਼ ਸੀ ਕਿ ਆ ਤੂੰ ਪਰਹੇਜ਼ ਵੀ ਕਰਨੇ ਨੇ, ਬਾਣੀ ਵੀ ਪੜ੍ਹਨੀ ਹੈ, ਨਾਮ ਜਪਣਾ, ਸੰਗਤ ਕਰਨੀ, ਸੇਵਾ ਕਰਨੀ ਹੈ, ਪਰ ਨਾਲ ਬੁਰਾਈ ਵੱਲੋਂ ਪਰਹੇਜ਼ ਕਰਨਾ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਤੂੰ ਬੁਰੇ ਦਾ ਵੀ ਭਲਾ ਕਰਨਾ, ਇਹ ਪਰਹੇਜ਼ ਹੈ। ਤੇ ਜੇ ਦਵਾਈ ਤੇ ਖਾਧੀ, ਮੇਰੇ ਵਰਗਾ ਕਹਿੰਦਾ ਮੈਂ ਤੇ ਬੜੀ ਬਾਣੀ ਪੜ੍ਹਦਾ, 5 ਜਪਜੀ ਸਾਹਿਬ ਕਰਦਾ, ਮੈਂ ਨਿਤਨੇਮ, ਮੈਂ ਸੁਖਮਣੀ ਸਾਹਿਬ ਕਰਦਾ, ਮੈਂ ਨਿਤ ਗੁਰਦੁਆਰੇ ਜਾ ਕੇ ਬਰਤਨ ਭਾਂਡੇ ਮਾਂਜਦਾ, ਪਰ ਪਤਾ ਨਹੀਂ ਮੇਰੇ ਤਨ ਨੂੰ ਰੋਗ ਕਿਉਂ ਲੱਗਦੇ ਨੇ, ਪਤਾ ਨਹੀਂ ਮੇਰੇ ਮਨ ਨੂੰ ਸ਼ਾਂਤੀ ਸੀਤਲਤਾ ਕਿਉਂ ਨਹੀਂ ਮਿਲਦੀ। ਤੇ ਜਦੋਂ ਉਹਦੇ ਨਾਲ ਵਿਚਰ ਕੇ ਵੇਖਿਆ, ਪਤਾ ਲੱਗਾ ਇਹ ਤੇ ਹਰ ਵੇਲੇ ਦੂਜਿਆਂ ਦਾ ਬੁਰਾ ਹੀ ਚਿਤਵਦਾ ਰਹਿੰਦਾ। ਤੇ ਕਈ ਮੇਰੇ ਵਰਗੇ ਨੇ ਐਸੇ ਜਿਹੜੇ ਬਾਣੀ ਵੀ ਪੜ੍ਹਦੇ ਨੇ, ਗੁਰੂ ਘਰ ਵੀ ਨਿੱਠ ਕੇ ਨੇਮ ਅਨੁਸਾਰ ਆਉਂਦੇ ਨੇ, ਸੇਵਾ ਵੀ ਕਰ ਬੈਠਦੇ ਨੇ, ਪਰ ਆਪਣੇ ਅੰਦਰ ਦੀਆਂ ਬੁਰਾਈਆਂ, ਆਪਣੇ ਅੰਦਰ ਦੀ ਈਰਖਾ, ਆਪਣੇ ਅੰਦਰ ਦਾ ਵੈਰ ਵਿਰੋਧ ਛੱਡਣ ਵਾਸਤੇ ਤਿਆਰ ਨਹੀਂ। ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਕੈਸੇ ਮਿਟਾ ਰੋਗ? ਰੋਗ ਕਿਵੇਂ ਮਿਟੇਗਾ ਜਦੋਂ ਤੂੰ ਗੁਰੂ ਦੀ ਦਿੱਤੀ ਦਵਾਈ ਤੇ ਖਾਧੀ ਪਰ ਪਰਹੇਜ਼ ਨਹੀਂ ਕੀਤਾ, ਤੂੰ ਆਪਣੇ ਅੰਦਰੋਂ ਔਗੁਣਾਂ ਦਾ ਤਿਆਗ ਨਹੀਂ ਕੀਤਾ, ਗੁਣ ਤੇ ਧਾਰਨ ਕੀਤੇ ਪਰ ਔਗੁਣ ਨਾ ਛੱਡੇ, ਉਹਨਾਂ ਔਗੁਣਾਂ ਨੇ ਤੇਰੇ ਗੁਣਾਂ ਨੂੰ ਵੀ ਸਾੜ ਕੇ ਰੱਖ ਦਿੱਤਾ, ਤੇਰਾ ਰੋਗ ਕਿਵੇਂ ਮਿਟੇ? ਭਾਈ ਗੁਰਦਾਸ ਜੀ ਕਹਿੰਦੇ ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੈ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ। ਰੋਗ ਕਿਵੇਂ ਮਿਟੇ? ਜਿਵੇਂ ਗੁਰੂ ਵੈਦ ਦੀ ਦਿੱਤੀ ਦਵਾਈ ਤੇ ਖਾਧੀ ਪਰ ਪਰਹੇਜ਼ ਨਾ ਕੀਤਾ। ਇਸ ਕਰਕੇ ਬੇਨਤੀ ਕਰਾਂ, ਗੁਰੂ ਦੀ ਚਰਨ ਸ਼ਰਨ ਵਿੱਚ ਆਉਂਦੇ ਹੈ ਤੇ ਗੁਰੂ ਕੋਲੋਂ ਇਹ ਮੱਤ ਲੈ ਕੇ ਜਾਈਏ। ਸਤਿਗੁਰੂ ਜੀ ਕਹਿੰਦੇ ਕਿਸੇ ਦਾ ਬੁਰਾ ਨਾ ਸੋਚ, ਕਿਸੇ ਦੀ ਨਿੰਦਿਆ ਨਾ ਕਰ, ਕਿਸੇ ਨਾਲ ਈਰਖਾ ਨਾ ਕਰ, ਕਿਸੇ ਨਾਲ ਨਫ਼ਰਤ ਨਾ ਕਰ, ਕਿਸੇ ਨਾਲ ਵੈਰ ਵਿਰੋਧ ਨਾ ਕਰ। ਸਤਿਗੁਰੂ ਜੀ ਕਹਿੰਦੇ ਜਿਹੜਾ ਦੁਬਿਧਾ ਨੂੰ ਮਾਰ ਦਿੰਦਾ ਹੈ ਨਾ, ਆਪਣੇ ਅੰਦਰ ਦੀ ਦੁਬਿਧਾ ਨੂੰ ਛੱਡ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਐਸਾ ਕੋਈ ਜੇ ਦੁਬਿਧਾ ਮਾਰ ਗਵਾਵੇ, ਇਸੈ ਮਾਰ ਰਾਜ ਜੋਗ ਕਮਾਵੇ। ਗੁਰੂ ਜੀ ਕਹਿੰਦੇ ਉਹ ਰਾਜਾ ਜੋਗੀ ਬਣ ਜਾਂਦਾ ਜਿਹੜਾ ਦੁਬਿਧਾ ਨੂੰ ਮਾਰ ਦਿੰਦਾ ਹੈ। ਉਹ ਦੁਨੀਆ ਦੇ ਦਿਲ ਤੇ ਰਾਜ ਕਰਦਾ ਹੈ ਤੇ ਰੱਬ ਦੇ ਘਰ ਉਹਦੀ ਜਗ੍ਹਾ ਬਣ ਜਾਂਦੀ, ਰੱਬ ਨਾਲ ਜੁੜ ਜਾਂਦਾ ਜਿਹੜਾ ਆਪਣੇ ਅੰਦਰੋਂ ਦਵੈਸ਼ ਖਤਮ ਕਰ ਦਿੰਦਾ ਹੈ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਫਿਰ ਬੇਨਤੀ ਕਰਾਂ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਕਿ ਮੇਰੇ ਗੁਰਸਿੱਖ ਮਿੱਤਰ ਭਰਾਵੋ ਗੁਰੂ ਦੀ ਦੱਸੀ ਚਾਲ ਤੇ ਚੱਲੋ। ਗੁਰੂ ਦੀ ਦਿੱਤੀ ਮਰਿਆਦਾ, ਗੁਰੂ ਦੀ ਦਿੱਤੀ ਹੋਈ ਅਕਲ, ਗਿਆਨ, ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਗੁਰ ਕਹੈ ਸੋਈ ਭੜ ਮਾਨੋ।
ਹਰ ਹਰ ਕਥਾ ਨਿਰਾਲੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਪੂਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੈ ਦੇਸ ਕੈਸੇ ਬਾਤਣ ਕੈ ਜਾਈਐ, ਪੂਛਤ ਹੈ ਬੈਦ ਖਾਤ ਔਖਦ ਨਾ ਸੰਜਮ ਸੈ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ। ਤੇ ਅੱਗੇ ਭਾਈ ਗੁਰਦਾਸ ਜੀ ਨੇ ਇੱਕ ਹੋਰ ਉਦਾਹਰਣ ਦਿੱਤੀ, ਕਹਿੰਦੇ ਪੂਛਤ ਸੁਹਾਗਣ ਹੈ ਕਰਮ ਦੁਹਾਗਣ ਕੈ। ਕਹਿੰਦੇ ਇੱਕ ਭੈਣ, ਇੱਕ ਔਰਤ, ਇੱਕ ਇਸਤਰੀ ਕਿਸੇ ਸੁਹਾਗਵੰਤੀ ਭੈਣ ਨੂੰ ਪੁੱਛਦੀ ਹੈ ਕਿ ਪਤੀ ਨੂੰ ਜਿਹੜਾ ਖੁਸ਼ ਕਿਵੇਂ ਕਰੀਦਾ, ਪਤੀ ਨੂੰ ਪ੍ਰਸੰਨ ਕਰਕੇ ਉਹਦੇ ਜੀਵਨ ਦੇ ਵਿੱਚ ਸੁੱਖ ਕਿਵੇਂ ਪ੍ਰਾਪਤ ਕਰਨੇ ਨੇ। ਤੇ ਉਸ ਸੁਹਾਗਣ ਭੈਣ ਨੇ ਪਤੀ ਦੇ ਪਿਆਰ ਨੂੰ ਮਾਣਨ ਦਾ, ਪਤੀ ਨੂੰ ਖੁਸ਼ ਕਰਨ ਦਾ, ਪ੍ਰਸੰਨ ਕਰਨ ਦਾ ਤਰੀਕਾ ਦੱਸਿਆ। ਪਰ ਭਾਈ ਗੁਰਦਾਸ ਜੀ ਉਦਾਹਰਣ ਦਿੰਦੇ, ਇਹਨੂੰ ਅਸ਼ਲੀਲਤਾ ਵਿੱਚ ਨਾ ਲੈ ਕੇ ਜਾਇਓ। ਭਾਈ ਗੁਰਦਾਸ ਜੀ ਕਹਿੰਦੇ ਨੇ, ਪੂਛਤ ਸੁਹਾਗਣ ਕਰਮ ਹੈ ਦੁਹਾਗਣ ਕੈ, ਕੰਮ ਭੈੜੇ ਕਰਦੀ ਹੈ। ਪੁੱਛਿਆ ਸੁਹਾਗਣ ਨੂੰ ਪਤੀ ਦੀ ਖੁਸ਼ੀ ਕਿਵੇਂ ਲੈਣੀ ਹੈ। ਸੁਹਾਗਣ ਕਹਿੰਦੀ, ਪਤੀ ਦੀ ਹਰ ਇੱਕ ਆਗਿਆ ਨੂੰ ਮੰਨਿਆ ਕਰ, ਪਤੀ ਦੀ ਗੱਲ ਮੰਨ, ਉਹਦੀ ਸੇਵਾ ਕਰਿਆ ਕਰ, ਉਹਦੇ ਮਾਤਾ ਪਿਤਾ ਦੀ ਸੇਵਾ ਕਰ, ਪਤੀ ਖੁਸ਼ ਹੋਏਗਾ। ਤੇ ਭਾਈ ਗੁਰਦਾਸ ਜੀ ਕਹਿੰਦੇ, ਕਰਮ ਹੈ ਦੁਹਾਗਣ ਕੈ ਕੈਸੇ ਹਿਰਦੈ ਵਿਚਾਰ, ਕਹਿੰਦੇ ਹਿਰਦੇ ਦੇ ਵਿੱਚ ਵਿਸ਼ੇ ਵਿਕਾਰਾਂ ਨਾਲ ਭਰੀ ਹੋਈ ਪਤੀ ਦੀ ਸੇਵਾ ਕੋਈ ਨਹੀਂ ਕਰਦੀ, ਉਹਦੇ ਮਾਤਾ ਪਿਤਾ ਦੀ ਸੇਵਾ ਕੋਈ ਨਹੀਂ ਕਰਦੀ, ਤੇ ਚਾਹੁੰਦੀ ਹੈ ਪਤੀ ਨੂੰ ਖੁਸ਼ ਕਰਨਾ, ਪਤੀ ਪ੍ਰਸੰਨ ਹੋ ਜੇ। ਭਾਈ ਗੁਰਦਾਸ ਜੀ ਕਹਿੰਦੇ, ਹਿਰਦੈ ਵਿਚਾਰ ਕਤ ਸਹਿਜਾ ਸਮਾਈਐ, ਕਹਿੰਦੇ ਹਿਰਦੇ ਵਿੱਚ ਵਿਸ਼ੇ ਵਿਕਾਰ ਨੇ, ਕਿਵੇਂ ਪਤੀ ਦੀ ਜਿਹੜੀ ਖੁਸ਼ੀ ਪ੍ਰਾਪਤ ਕਰ ਸਕਦੀ। ਭਾਵ ਗੁਰੂ ਸਾਡਾ ਪਤੀ ਹੈ, ਜੀਵ ਆਤਮਾ ਪਤਨੀ ਹੈ। ਗੁਰੂ ਕਹਿੰਦਾ ਹੈ ਕਿ ਤੂੰ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਕਿ ਤੂੰ ਇੱਕ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਹੈ, ਤੂੰ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ, ਤੂੰ ਹੋਰਾਂ ਨੂੰ ਆਪਣੇ ਪਤੀ ਨਾ ਬਣਾ, ਤੂੰ ਦੇਵੀ ਦੇਵਤਿਆਂ ਨੂੰ, ਪੀਰਾਂ ਨੂੰ, ਮੱਠਾਂ ਨੂੰ, ਇਹਨਾਂ ਨੂੰ, ਦੇਹਧਾਰੀ ਗੁਰੂਆਂ ਸਾਧਾਂ ਬਾਬਿਆਂ ਨੂੰ ਆਪਣੇ ਸਿਰ ਦਾ ਸਾਈਂ ਨਾ ਬਣਾ, ਉਹਨਾਂ ਨੂੰ ਆਪਣੇ ਪਤੀ ਨਾ ਬਣਾ। ਤੇਰਾ ਪਤੀ ਤੇਰਾ ਗੁਰੂ ਹੈ। ਤੁਮ ਦਾਤੇ ਠਾਕੁਰ ਪ੍ਰਤਿਪਾਲਕ, ਨਾਇਕ ਖਸਮ ਹਮਾਰੇ, ਸਾਡੇ ਸਿਰ ਦਾ ਸਾਈਂ ਸਾਡਾ ਮਾਲਕ ਤੇ ਅਕਾਲ ਪੁਰਖ ਪਰਮਾਤਮਾ ਹੈ, ਸਾਡਾ ਮਾਲਕ ਸਾਡਾ ਗੁਰੂ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ, ਪੁੱਛਿਆ ਕਿ ਮਾਲਕ ਨੂੰ ਖੁਸ਼ ਕਿਵੇਂ ਕਰਨਾ। ਤੇ ਸਿਆਣੇ ਨੇ ਆਖਿਆ, ਕਿਸੇ ਚੰਗੇ ਗੁਰਮੁਖ ਨੇ ਆਖਿਆ, ਗੁਰੂ ਦੇ ਦਰਸਾਏ ਮਾਰਗ ਤੇ ਤੁਰ, ਗੁਰੂ ਦੇ ਦਰ ਨੂੰ ਛੱਡ ਕੇ ਕਿਸੇ ਦਰ ਤੇ ਸਿਰ ਨਾ ਝੁਕਾਈ, ਆਪਣੇ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿ, ਗੁਰੂ ਦੇ ਦਰਸਾਏ ਮਾਰਗ ਤੇ ਤੁਰ, ਗੁਰਮਤਿ ਦਾ ਧਾਰਨੀ ਬਣ, ਗੁਰੂ ਖੁਸ਼ ਹੋ ਕੇ ਤੇਰੀਆਂ ਝੋਲੀਆਂ ਭਰ ਦੇਵੇਗਾ। ਪਰ ਗੁਰੂ ਦੀ ਮੱਤ ਤੇ ਧਾਰਨ ਨਾ ਕੀਤੀ, ਗੁਰੂ ਦੇ ਚਰਨਾਂ ਨਾਲ ਤੇ ਜੁੜਿਆ ਨਾ, ਤੇ ਕਦੀ ਦੇਵੀ ਦੇਵਤਿਆਂ ਦੇ ਮੰਦਰਾਂ ਵਿੱਚ ਤੁਰ ਗਿਆ, ਕਦੀ ਜਗਰਾਤੇ ਕਰਾ ਲਏ, ਕਦੀ ਮੜੀਆਂ ਕਬਰਾਂ ਤੇ ਦੀਵੇ ਜਗਾਉਣ ਚਲੇ ਗਿਆ, ਕਦੇ ਉੱਥੇ ਚਾਦਰਾਂ ਚੜਾਈਆਂ, ਕਦੀ ਸਾਧਾਂ ਪਖੰਡੀਆਂ ਸਿਆਣਿਆਂ ਦੇ ਅੱਗੇ ਜਾ ਕੇ ਸਿਰ ਘੁਮਾਉਣ ਲੱਗ ਪਏ, ਤੇ ਮਾਲਕ ਤੇ ਪਤੀ ਤੇ ਕਈ ਬਣਾ ਲਏ। ਤੇ ਫਿਰ ਗੁਰੂ ਪਤੀ ਪਰਮਾਤਮਾ ਦੀ ਖੁਸ਼ੀ ਕਿਵੇਂ ਪ੍ਰਾਪਤ ਹੋਏਗੀ ਜੀ। ਭਾਈ ਗੁਰਦਾਸ ਜੀ ਕਹਿੰਦੇ, ਭਾਈ ਤੇਰੇ ਅੰਦਰ ਵਿਕਾਰ ਨੇ, ਤੂੰ ਰੱਬ ਦੀ ਖੁਸ਼ੀ ਕਿਵੇਂ ਪ੍ਰਾਪਤ ਕਰ ਸਕਦਾ ਹੈ। ਅੱਗੇ ਭਾਈ ਗੁਰਦਾਸ ਜੀ ਇਹ ਤਿੰਨ ਉਦਾਹਰਨਾਂ ਦੇ ਕੇ ਆਪਣਾ ਸਿਧਾਂਤ ਦਿੰਦੇ ਨੇ। ਤੈਸੇ ਕਹਿੰਦੇ, ਜਿਵੇਂ ਇੱਕ ਰਾਹੀ ਕਿਸੇ ਸ਼ਹਿਰ ਜਾਣ ਦਾ ਰਾਹ ਤੇ ਪੁੱਛੇ, ਪਰ ਉਸ ਮਾਰਗ ਤੇ ਕਦਮ ਨਾ ਧਰੇ, ਤੇ ਕਦੇ ਉਸ ਸ਼ਹਿਰ ਨਹੀਂ ਪਹੁੰਚ ਸਕਦਾ। ਜਿਵੇਂ ਇੱਕ ਰੋਗੀ ਵੈਦ ਕੋਲੋਂ ਦਵਾਈ ਲਏ ਪਰ ਪਰਹੇਜ਼ ਨਾ ਕਰੇ, ਕਦੇ ਉਹਦਾ ਰੋਗ ਨਹੀਂ ਮਿਟ ਸਕਦਾ। ਜਿਵੇਂ ਇੱਕ ਦੁਹਾਗਣ ਇਸਤਰੀ ਸੁਹਾਗਣ ਕੋਲੋਂ ਪਤੀ ਨੂੰ ਖੁਸ਼ ਕਰਨ ਦਾ ਢੰਗ ਪੁੱਛੇ, ਪਰ ਦਰ ਦਰ ਤੇ ਭਟਕਦੀ ਫਿਰੇ, ਕਦੀ ਪਤੀ ਦੀ ਖੁਸ਼ੀ ਨਹੀਂ ਲੈ ਸਕਦੀ। ਇਸੇ ਤਰ੍ਹਾਂ ਗਾਏ ਸੁਣੇ ਆਖੇ ਮੀਚੈ ਪਾਈਐ ਨਾ ਪਰਮ ਪਦ। ਭਾਈ ਗੁਰਦਾਸ ਜੀ ਕਹਿੰਦੇ, ਭਾਈ ਤੂੰ ਜਿੰਨਾ ਮਰਜ਼ੀ ਧਾਰਮਿਕ ਗ੍ਰੰਥਾਂ ਨੂੰ ਪੜ੍ਹੀ ਜਾ, ਸੁਣੀ ਜਾ, ਅੱਖਾਂ ਬੰਦ ਕਰਕੇ ਐਨ ਸਮਾਧੀ ਲਾ ਕੇ ਭਾਵੇਂ ਕਿਉਂ ਨਾ ਬੈਠਾ ਰਹਿ, ਜਿੰਨਾ ਚਿਰ ਤੇਰੇ ਅੰਦਰ ਗੁਰਬਾਣੀ ਨਹੀਂ ਵਸੀ, ਜਿੰਨਾ ਚਿਰ ਤੂੰ ਗੁਰੂ ਦੇ ਦਰਸਾਏ ਮਾਰਗ ਤੇ ਤੁਰਿਆ ਨਹੀਂ, ਤੂੰ ਗੁਰਮਤਿ ਦਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਦਰਸਾਈ ਰਹਿਤ ਮਰਿਆਦਾ ਦਾ ਧਾਰਨੀ ਨਹੀਂ ਬਣਿਆ ਕਿ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪਾਹੁੜ ਲਏ, ਜਿੰਨਾ ਚਿਰ ਤੂੰ ਗੁਰੂ ਕੇ ਖੰਡੇ ਬਾਟੇ ਦੀ ਪਾਹੁੜ ਨਹੀਂ ਲਈ, ਜਿੰਨਾ ਚਿਰ ਤੂੰ ਕੇਸਾ ਧਾਰੀ ਨਹੀਂ ਬਣਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਮਰਿਆਦਾ ਨੂੰ ਧਾਰਨ ਨਹੀਂ ਕੀਤਾ। ਭਾਈ ਗੁਰਦਾਸ ਜੀ ਕਹਿੰਦੇ, ਗਾਏ ਸੁਣੇ ਆਖੇ ਮੀਚੈ ਪਾਈਐ ਨਾ ਪਰਮ ਪਦ। ਗੁਰ ਉਪਦੇਸ਼ ਗਹਿ, ਕਿ ਗੁਰੂ ਦਾ ਉਪਦੇਸ਼ ਲੈ ਕੇ ਜੋ ਲਓ ਨਾ ਕਮਾਈਐ। ਗੁਰੂ ਦਾ ਉਪਦੇਸ਼ ਲੈ ਕੇ ਜਿੰਨਾ ਚਿਰ ਤੂੰ ਆਪਣੇ ਜੀਵਨ ਵਿੱਚ ਉਹਨੂੰ ਕਮਾਇਆ ਨਹੀਂ, ਆਪਣੇ ਜੀਵਨ ਵਿੱਚ ਗੁਰੂ ਦੀ ਮੱਤ ਨੂੰ ਲਾਗੂ ਨਹੀਂ ਕੀਤਾ,
ਭਾਈ ਗੁਰਦਾਸ ਜੀ ਕਹਿੰਦੇ ਤੂੰ ਗੁਰੂ ਦੀ ਬਖਸ਼ੀ ਪਰਮ ਪਦਵੀ ਨੂੰ ਪ੍ਰਾਪਤ ਨਹੀਂ ਕਰ ਸਕੇਗਾ, ਤੂੰ ਪਰਮ ਪਦ ਤੇ ਨਹੀਂ ਪਹੁੰਚ ਸਕੇਗਾ ਜਿੰਨਾ ਚਿਰ ਤੂੰ ਗੁਰਮਤ ਨੂੰ ਆਪਣੇ ਜੀਵਨ ਵਿੱਚ ਨਹੀਂ ਲਿਆਂਦਾ। ਤੇ ਬੇਨਤੀ ਕਰਾਂ, ਜਿਨ੍ਹਾਂ ਨੇ ਗੁਰਮਤ ਨੂੰ ਆਪਣੇ ਜੀਵਨ ਵਿੱਚ ਲੈ ਆਂਦਾ, ਜਿਨ੍ਹਾਂ ਨੇ ਗੁਰੂ ਦੇ ਗਿਆਨ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ, ਉਹਨਾਂ ਨੇ ਵੱਡੇ ਤੋਂ ਵੱਡੇ ਦੁੱਖ ਆਪਣੇ ਜੀਵਨ ਵਿੱਚ ਸਹਿ ਲਏ, ਪਰ ਗੁਰੂ ਦੀ ਮੱਤ ਨਾ ਤਿਆਗੀ। ਮੇਰੇ ਵਰਗੇ ਦੇ ਕੇਸ ਰੱਖੇ ਹੋਣ, ਸਿਰ 'ਚ 2-4 ਫਿਣਸੀਆਂ ਨਿਕਲ ਆਉਣ ਤੇ ਕੇਸ ਕਤਲ ਕਰਵਾ ਦਿੰਦੇ ਨੌਜਵਾਨ ਵੀਰ, ਕਹਿੰਦੇ ਸਿਰ 'ਚ ਫੋੜੇ ਨਿਕਲ ਆਏ ਸੀ। ਪਰ ਉਹਨਾਂ ਦੇ ਬਾਰੇ ਕਦੇ ਸੋਚਿਆ ਕਿ ਜਿਨ੍ਹਾਂ ਦੇ ਕੋਪੜ ਹੀ ਉਤਾਰ ਦਿੱਤੇ ਗਏ, ਪਰ ਉਹਨਾਂ ਨੇ ਕੇਸ ਨਾ ਤਿਆਗੀ, ਉਹਨਾਂ ਨੇ ਸਿੱਖੀ ਨਾ ਤਿਆਗੀ। ਜਿਹੜੇ ਗੁਰੂ ਦੇ ਉਪਦੇਸ਼ ਨੂੰ ਕਮਾਉਂਦੇ ਨੇ ਨਾ ਸਾਧ ਸੰਗਤ, ਉਹ ਵੱਡੇ ਤੋਂ ਵੱਡੇ ਦੁੱਖ ਆਪਣੇ ਜੀਵਨ ਵਿੱਚ ਸਹਿ ਕੇ ਵੀ ਗੁਰਮਤ ਨੂੰ ਨਹੀਂ ਤਿਆਗਦੇ, ਉਹ ਗੁਰੂ ਦੀ ਸਿੱਖਿਆ ਨੂੰ ਨਹੀਂ ਛੱਡਦੇ। ਇੱਕ ਸਾਖੀ ਮੈਂ ਆਪ ਜੀ ਨਾਲ ਸਾਂਝੀ ਕਰਨੀ ਹੈ। ਬਹੁਤਿਆਂ ਨੂੰ ਸ਼ਾਇਦ ਇਸ ਸਾਖੀ ਬਾਰੇ ਪਤਾ ਹੋਵੇ, ਪਰ ਉਹ ਵਿਚਾਰ ਕਿਉਂਕਿ ਵਿਸ਼ਾ ਹੈ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਜਿਨਨੇ ਗੁਰੂ ਦੀ ਸਿੱਖਿਆ ਨੂੰ ਸੁਣਿਆ, ਆਪਣੇ ਜੀਵਨ ਵਿੱਚ ਕਮਾ ਲਿਆ, ਉਹਨੇ ਗੁਰੂ ਦਾ ਦਰ ਨਾ ਛੱਡਿਆ, ਉਹਨੇ ਗੁਰਮਤ ਨਾ ਛੱਡੀ। ਆਪ ਤੇ ਦਰ-ਦਰ ਤੇ ਉਹਨੇ ਭਟਕਣਾ, ਆਪ ਤੇ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪ੍ਰਵਾਨ ਕਰ ਲਈਆਂ, ਪਰ ਉਹਨੇ ਗੁਰੂ ਦੇ ਦਰ ਨੂੰ ਨਾ ਛੱਡਿਆ। ਆਪਣੇ ਮਾਝੇ ਇਲਾਕੇ ਵਿੱਚ ਤਰਨ ਤਾਰਨ ਦੇ ਨੇੜੇ ਨਗਰ ਹੈ ਪੱਟੀ। ਇਸ ਪੱਟੀ ਸ਼ਹਿਰ ਦੇ ਵਿੱਚ ਉਸ ਸਮੇਂ ਜਿਹੜਾ ਚੌਧਰੀ ਸੀ, ਜਾਂ ਉਸ ਸਮੇਂ ਜਿਵੇਂ ਰਾਜਾ ਕਹਿ ਲਈਏ, ਉਹਦਾ ਨਾਮ ਹੈ ਦੁਨੀ ਚੰਦ। ਦੁਨੀ ਚੰਦ ਪੱਟੀ ਦਾ ਚੌਧਰੀ ਹੈ। ਇਹਦੇ ਘਰ 5 ਧੀਆਂ ਦਾ ਜਨਮ ਹੋਇਆ ਹੈ। 5 ਧੀਆਂ ਇਹਦੇ ਘਰ ਪਰਮਾਤਮਾ ਨੇ ਬਖਸ਼ਿਸ਼ ਕੀਤੀਆਂ, ਔਰ ਬੜੀਆਂ ਇਹ ਸੋਹਣੀਆਂ, ਬੜੇ ਚੰਗੇ ਜੀਵਨ ਵਾਲੀਆਂ ਨੇ, ਆਪਣੇ ਪਿਤਾ ਦੀ ਆਗਿਆ ਵਿੱਚ ਰਹਿਣ ਵਾਲੀਆਂ ਨੇ। ਇਹ ਜਿਹੜਾ ਚੌਧਰੀ ਹੈ, ਇਸ ਦੀ ਸਭ ਤੋਂ ਛੋਟੀ ਪੁੱਤਰੀ ਦਾ ਨਾਮ ਹੈ ਬੀਬੀ ਰਜਨੀ। ਇਹ ਜਿਹੜੀ ਬੀਬੀ ਰਜਨੀ ਹੈ ਨਾ, ਕਿਉਂਕਿ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਘਟਨਾ ਹੈ। ਭਾਈ ਸੰਤੋਖ ਸਿੰਘ ਜੀ ਨੇ ਇਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਘਟਨਾ ਦਰਸਾਇਆ, ਪਰ ਬਹੁਤੇ ਇਤਿਹਾਸਕਾਰਾਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਘਟਨਾ ਦੱਸਿਆ। ਰੋ ਵਿਚਾਰ, ਉਸ ਬੀਬੀ ਰਜਨੀ ਨੇ ਗੁਰਸਿੱਖਾਂ ਦੀ ਸੰਗਤ ਕੀਤੀ, ਸਾਧੂ ਮਹਾਤਮਾਵਾਂ ਦੀ ਸੰਗਤ ਕੀਤੀ, ਤੇ ਸੰਗਤਾਂ ਦੀ ਸੰਗਤ ਦੇ ਵਿੱਚੋਂ, ਗੁਰਸਿੱਖਾਂ ਦੀ ਸੰਗਤ ਵਿੱਚੋਂ ਇਹਨੇ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਰਵਣ ਕੀਤਾ। ਉਹ ਸ਼ਬਦ ਹੈ ਕਿ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ ਅੰਡਤ ਜੇਰਜ ਉਤ ਭੁਜਾਂ ਖਾਣੀ ਸੇਤ ਜਹਾਂ ਸੋ ਮਿਤ ਜਾਣੈ ਨਾਨਕਾ ਥਰਾ ਮੇਰਾ ਜਨਤਾ ਨਾਨਕ ਜੀ ਉਪਾਏ ਕੈ ਸੰਭਾਲੈ ਸਭਨਾਹ। ਸਤਿਗੁਰੂ ਜੀ ਕਹਿੰਦੇ ਜਿਨ ਕਰਤੈ ਕਰਨਾ ਕੀਆ ਚਿੰਤਾ ਵੀ ਕਰਨੀ ਤਾਹ। ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਿਸ ਕਰਤੇ ਪੁਰਖ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ, ਜਿਨਨੇ ਮਨੁੱਖਾਂ ਨੂੰ, ਬਿਰਖਾਂ ਨੂੰ, ਪਸ਼ੂਆਂ ਪੰਛੀਆਂ ਨੂੰ, ਦੀਪਾਂ ਲੋਵਾਂ ਖੰਡਾਂ ਮੰਡਲਾਂ ਬ੍ਰਹਿਮੰਡਾਂ ਨੂੰ ਸਾਜਿਆ ਹੈ, ਉਹ ਪਰਮਾਤਮਾ ਇਹਨਾਂ ਸਾਰਿਆਂ ਦੀ ਚਿੰਤਾ ਕਰਦਾ ਹੈ। ਨਾਨਕ ਜੀ ਉਪਾਏ ਕਹਿ ਸਾਰੇ ਜੀਵਾਂ ਨੂੰ ਪੈਦਾ ਕਰਕੇ ਸੰਭਾਲੇ ਸਭ ਨਾਹ, ਸਾਰਿਆਂ ਦੀ ਸਾਰ ਸੰਭਾਲ ਉਹ ਆਪ ਕਰਦਾ ਹੈ। ਜਿਨ ਕਰਤੈ ਕਰਨਾ ਕੀਆ, ਜਿਸ ਕਰਤੇ ਪੁਰਖ ਪਰਮਾਤਮਾ ਨੇ, ਕਰਨਾ ਦਾ ਅਰਥ ਹੈ ਸੰਸਾਰ ਰਚਿਆ, ਚਿੰਤਾ ਵੀ ਕਰਨੀ ਤਾਹ, ਚਿੰਤਾ ਵੀ ਉਸ ਪਰਮਾਤਮਾ ਨੇ ਸੰਸਾਰ ਦੇ ਜੀਵਾਂ ਦੀ ਆਪ ਕਰਨੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਐਸਾ ਵੀ ਬਚਨ ਹੈ ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਸਾਨੂੰ ਉਪਦੇਸ਼ ਦੇ ਕੇ ਬਚਨ ਕਰਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿੰਨਾ ਭੀ ਰੋਜੀ ਦੇ, ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿੰਨਾ ਭੇਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਸਤਿਗੁਰੂ ਜੀ ਉਦਾਹਰਣ ਦਿੰਦੇ ਇੱਕ ਬੜੀ ਪਿਆਰੀ, ਕਹਿੰਦੇ ਜਿਹੜਾ ਸਾਗਰ ਹੈ ਨਾ, ਸਾਗਰ ਸਮੁੰਦਰ, ਉਹਦੇ ਵਿੱਚ ਪਰਮਾਤਮਾ ਨੇ ਬੜੇ ਜੀਵ ਪੈਦਾ ਕੀਤੇ ਨੇ,
ਤੇ ਬੜੇ ਬੜੇ ਵੱਡੇ ਮੱਛੀਆਂ, ਵੇਲ ਮੱਛੀਆਂ, ਸ਼ਾਰਕ ਆਦਿ ਬੜੀਆਂ ਬੜੀਆਂ ਵੱਡੀ ਤੋਂ ਵੱਡੀ ਮੱਛੀ ਜਿਹੜੀ ਕੁਇੰਟਲਾਂ ਦਾ ਹਿਸਾਬ ਹੈ, ਕਈ ਫੁੱਟ ਲੰਮੀਆਂ, ਮੀਟਰਾਂ ਦੇ ਹਿਸਾਬ ਨਾਲ, ਕਿਲੋਮੀਟਰਾਂ ਦੇ ਹਿਸਾਬ ਨਾਲ ਲੰਮੀਆਂ ਮੱਛੀਆਂ ਵੀ ਸਾਗਰਾਂ ਵਿੱਚ ਪ੍ਰਮਾਤਮਾ ਨੇ ਪੈਦਾ ਕਰ ਛੱਡੀਆਂ। ਪਰ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੀ ਚਿੰਤਾ ਕੌਣ ਕਰ ਰਿਹਾ ਹੈ? ਉਹਨਾਂ ਦੀ ਚਿੰਤਾ ਅਕਾਲ ਪੁਰਖ ਪਰਮਾਤਮਾ ਕਰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਉਸ ਸਾਗਰ ਦੇ ਵਿੱਚ ਨਾ ਤੇ ਕੋਈ ਖੇਤੀ ਹੈ, ਨਾ ਕੋਈ ਕਣਕ ਬੀਜਦਾ, ਨਾ ਝੋਨਾ ਬੀਜਦਾ, ਨਾ ਕੋਈ ਉੱਤੇ ਹੱਟ ਚੱਲਦੇ ਨੇ, ਕਰਿਆਨੇ ਦੇ ਸਟੋਰ ਨਾ ਬਣੇ ਹੋਏ ਨੇ, ਕੁਝ ਵੀ ਨਹੀਂ ਹੈ ਸਾਗਰ ਦੇ ਵਿੱਚ। ਪਰ ਫਿਰ ਵੀ ਪਰਮਾਤਮਾ ਉਹਨਾਂ ਜੀਵਾਂ ਦੀ ਸੰਭਾਲ ਕਰਦਾ ਪਿਆ ਹੈ। ਤੇ ਬੀਬੀ ਰਜਨੀ ਨੇ ਇਹ ਸ਼ਬਦ ਸਤਿਗੁਰੂ ਨਾਨਕ ਸਾਹਿਬ ਜੀ ਦਾ ਸਰਵਣ ਕੀਤਾ ਕਿ ਜਿੰਨੀ ਸੰਸਾਰ ਦੀ ਰਚਨਾ ਹੈ ਉਹ ਪਰਮਾਤਮਾ ਨੇ ਪੈਦਾ ਕੀਤੀ ਹੈ ਤੇ ਸਾਰੇ ਜੀਵਾਂ ਦੀ ਪਰਮਾਤਮਾ ਆਪ ਪ੍ਰਤੀਪਾਲਣਾ ਪੋਸ਼ਣਾ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜਾ ਪਿਆਰਾ ਇੱਕ ਬਚਨ ਹੈ ਕਿ ਪਹਿਲੋਂ ਦੇਤੈ ਰਿਜ਼ਕ ਸਮਾਹਾ, ਕਿ ਹੇ ਵਾਹਿਗੁਰੂ ਜੀ, ਪਹਿਲਾਂ ਤੁਸੀਂ ਸਾਰੇ ਜੀਵਾਂ ਦਾ ਰਿਜ਼ਕ ਪੈਦਾ ਕੀਤਾ, ਪਿੱਛੋਂ ਦੇਤੈ ਜੰਤ ਉਪਾਹਾ, ਫਿਰ ਤੁਸੀਂ ਜੀਵਾਂ ਨੂੰ ਪੈਦਾ ਕੀਤਾ। ਰਿਜ਼ਕ ਪਹਿਲਾਂ ਪੈਦਾ ਕਰਦਾ, ਜੀਵ ਜੰਤੂ ਬਾਅਦ ਦੇ ਵਿੱਚ ਪੈਦਾ ਕਰਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬੋਲ ਹੈ ਕਿ ਪਰੰਦੇ ਨਾ ਗਿਰਾਹਚਾਰ, ਕਹਿੰਦੇ ਜਿਹੜੇ ਪਰਿੰਦੇ ਉੱਡਦੇ ਫਿਰਦੇ ਨੇ ਨਾ, ਪੰਛੀ, ਇਹਨਾਂ ਦੇ ਕੋਲ ਕੋਈ ਧਨ ਨਹੀਂ ਨੇ। ਪਰੰਦੇ ਨਾ ਗਿਰਾਹਚਾਰ, ਨਾ ਇਹਨਾਂ ਦੇ ਕੋਲ ਘਰ ਹੈ ਤੇ ਨਾ ਕੋਈ ਧਨ ਹੈ। ਦਰਖਤ ਆਬ ਆਸ ਕਰ, ਸਤਿਗੁਰੂ ਜੀ ਕਹਿੰਦੇ ਦਰਖਤਾਂ ਦੀਆਂ ਟਾਹਣੀਆਂ ਤੇ ਰਾਤ ਬਿਤਾਉਂਦੇ ਨੇ, ਸਮੁੰਦਰਾਂ ਦੀ ਓਟ ਲੈ ਕੇ ਪਾਣੀ ਤੇ ਦਰਖਤਾਂ ਦੇ ਟਾਹਣੀਆਂ ਦੇ ਸਹਾਰੇ ਤੇ ਜ਼ਿੰਦਗੀ ਬਤੀਤ ਕਰ ਦਿੰਦੇ ਨੇ। ਇਹਨਾਂ ਨੂੰ ਕੌਣ ਪਾਲਦਾ? ਦਿਹੰਦ ਸੂਈ, ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਵੀ ਉਹ ਪਰਮਾਤਮਾ ਦਿੰਦਾ ਪਿਆ। ਏਕ ਤੁਈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਜਿਹੜੇ ਪੱਥਰਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਸਿਲਾਵਾਂ ਦੇ ਵਿੱਚ ਜੀਵ ਪੈਦਾ ਕੀਤੇ ਨੇ, ਉਹਨਾਂ ਦਾ ਰਿਜ਼ਕ ਵੀ ਤੇ ਪਰਮਾਤਮਾ ਨੇ ਉਹਨਾਂ ਦੇ ਅੱਗੇ ਰੱਖਿਆ ਹੀ ਹੈ ਨਾ। ਤੋ ਬੀਬੀ ਰਜਨੀ ਨੇ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਸੁਣਿਆ ਕਿ ਸਾਰੇ ਜੀਵਾਂ ਦੀ ਪ੍ਰਤੀਪਾਲਣਾ, ਪੋਸ਼ਣਾ, ਰੋਜੀ ਦੇਣ ਵਾਲਾ ਪਰਮਾਤਮਾ ਆਪ ਹੈ, ਰਿਜ਼ਕ ਦਾਤਾ ਉਹ ਆਪ ਹੈ। ਇਸ ਸ਼ਬਦ ਨੂੰ, ਇਸ ਗੁਰਮਤਿ ਨੂੰ ਉਹਨੇ ਆਪਣੇ ਜੀਵਨ ਵਿੱਚ ਲਾਗੂ ਕੀਤਾ। ਸੁਣਦੇ ਤਾਂ ਆਪਾਂ ਵੀ ਬਹੁਤ ਆ, ਗੁਰਬਾਣੀ ਪੜ੍ਹਦੇ ਸੁਣਦੇ ਹੀ ਹੈ ਨਾ ਸਤਿਗੁਰੂ ਜੀ ਦੀ ਬਾਣੀ ਨੂੰ, ਪਰ ਅਸੀਂ ਕਦੇ ਕੋਈ ਐਸੇ ਸ਼ਬਦ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਯਤਨ ਨਹੀਂ ਜੇ ਕੀਤਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਤੁਸੀਂ ਗੁਰੂ ਦੇ ਦੱਸੇ ਮਾਰਗ ਤੇ ਤੁਰੋ, ਜੋ ਗੁਰ ਕਹੇ ਸੋਈ ਭਲ ਮਾਨੋ, ਜੋ ਗੁਰੂ ਨੇ ਆਖਿਆ ਉਹਨੂੰ ਆਪਣੇ ਜੀਵਨ ਵਿੱਚ ਭਲਾ ਕਰਕੇ ਮੰਨ। ਭਾਈ ਗੁਰਦਾਸ ਜੀ ਕਹਿੰਦੇ ਨੇ ਗਾਏ ਸੁਣੇ ਆਖੇ ਮਿੱਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਾਓ ਲਓ ਨਾ ਕਮਾਈਏ। ਗਾਉਣ ਸੁਣਨ ਤੇ ਅੱਖਾਂ ਬੰਦ ਕਰਨ ਨਾਲ ਰੱਬ ਨਹੀਂ ਮਿਲ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਜਿੰਨਾ ਚਿਰ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਵਿੱਚ ਲਾਗੂ ਨਾ ਕੀਤਾ। ਤੇ ਬੀਬੀ ਰਜਨੀ ਨੇ ਉਸ ਸ਼ਬਦ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਲਿਆ ਕਿ ਸਾਡਾ ਸਾਰਿਆਂ ਦਾ ਪ੍ਰਤੀਪਾਲਣਾ ਕਰਨ ਵਾਲਾ ਦਾਤਾ ਪਰਮਾਤਮਾ ਆਪ ਹੈ। ਇੱਕ ਦਿਨ ਇਹ ਪੰਜੇ ਭੈਣਾਂ ਇਕੱਠੀਆਂ ਬੈਠੀਆਂ ਨੇ ਤੇ ਵੱਡੀਆਂ ਭੈਣਾਂ ਆਪਣੇ ਪਿਤਾ ਦੀ ਸਿਫਤ ਕਰਨ ਲੱਗੀਆਂ, ਕਹਿੰਦੀਆਂ ਸਾਡਾ ਪਿਤਾ ਕਿੰਨਾ ਚੰਗਾ ਹੈ, ਅਸੀਂ ਤੇ ਆਪਣੇ ਪਿਤਾ ਦੇ ਕਰਮ ਖਾਨੀਏ, ਆਪਣੇ ਪਿਤਾ ਦੇ ਦਿੱਤਾ ਖਾਨੀਆਂ ਹਾਂ। ਸਾਡਾ ਪਿਤਾ ਸਾਨੂੰ ਕਈ ਪ੍ਰਕਾਰ ਦੇ ਭੋਜਨ ਛਕਣ ਵਾਸਤੇ ਦਿੰਦਾ ਹੈ, ਸਾਡਾ ਪਿਤਾ ਸਾਨੂੰ ਪਹਿਨਣ ਵਾਸਤੇ ਵਸਤਰ ਦਿੰਦਾ ਹੈ, ਸਾਡਾ ਪਿਤਾ ਤੇ ਸਾਡਾ ਦਾਤਾ ਹੈ, ਸਾਡਾ ਪਿਤਾ ਸਾਡੀ ਪ੍ਰਤੀਪਾਲਣਾ ਪੋਸ਼ਣਾ ਕਰਦਾ ਹੈ। ਤੇ ਬੀਬੀ ਰਜਨੀ ਸਭ ਤੋਂ ਛੋਟੀ, ਤੇ ਇਹਨੇ ਗੁਰੂ ਨਾਨਕ ਸਾਹਿਬ ਦਾ ਵਚਨ ਸੁਣਿਆ ਸੀ ਕਿ ਨਾਨਕ ਜੀ ਉਪਾਏ ਕੈ ਸੰਭਾਲੇ ਸਭ ਨਾਹ, ਜਿਨ ਕਰਤੈ ਕਰਨਾ ਕੀਆ ਚਿੰਤਾ ਭੀ ਕਰਨੀ ਤਾਹ, ਕਿ ਜਿਨਨੇ ਸੰਸਾਰ ਨੂੰ ਪੈਦਾ ਕੀਤਾ ਜੀਵਾਂ ਦੀ ਚਿੰਤਾ ਉਹ ਕਰਦਾ ਹੈ, ਸਾਰਿਆਂ ਦੀ ਪ੍ਰਤੀਪਾਲਣਾ ਪਰਮਾਤਮਾ ਆਪ ਕਰਦਾ ਹੈ। ਤੇ ਇਹ ਬੀਬੀ ਰਜਨੀ ਕਹਿੰਦੀ ਭੈਣੋ ਇਹ ਤੇ ਸੱਚ ਹੈ ਕਿ ਪਰਮਾਤਮਾ ਨੇ ਸਾਡੇ ਪਿਤਾ ਨੂੰ ਜ਼ਿੰਮੇਵਾਰੀ ਦਿੱਤੀ ਹੈ, ਸਾਡੇ ਪਿਤਾ ਨੂੰ ਇਹ ਪਰਮਾਤਮਾ ਨੇ ਸਾਡੇ ਪਿਤਾ ਦੇ ਰੂਪ ਵਿੱਚ ਪੈਦਾ ਕੀਤਾ ਹੈ, ਅਸੀਂ ਉਹਦੀਆਂ ਧੀਆਂ ਹਾਂ। ਪਰ ਇੱਕ ਬੇਨਤੀ ਹੈ ਕਿ ਅਸਲ ਦੇ ਵਿੱਚ ਸਾਡਾ ਪਿਤਾ ਕੋਈ ਦਾਤਾ ਨਹੀਂ, ਸਾਡਾ ਪਿਤਾ ਸਾਡੀ ਪ੍ਰਤੀਪਾਲਣਾ ਪੋਸ਼ਣਾ ਨਹੀਂ ਕਰਦਾ। ਅਸਲ ਵਿੱਚ ਸਾਰੇ ਜੀਵਾਂ ਦਾ ਦਾਤਾ ਪਰਮਾਤਮਾ ਹੈ, ਸਾਰੇ ਜੀਵਾਂ ਦੀ ਪ੍ਰਤੀਪਾਲਣਾ ਪੋਸ਼ਣਾ ਵਾਹਿਗੁਰੂ ਆਪ ਕਰਦਾ ਹੈ। ਉਹ ਭੈਣਾਂ ਵੱਡੀਆਂ ਜਿਹੜੀਆਂ ਚਾਰ ਹੈ
वो कहंदियां ना साडी ते प्रतिपालना, साडी ते रोजी दा प्रबंध, साडे ते खाण पहनण दा प्रबंध साडा पिता करदा है, साडा दाता ते साडा पिता ही है। इस गल ते कहंदे इन्हां पंजां भैणां विच थोड़ा झगड़ा हो गया। बीबी रजनी कहंदी साडी प्रतिपालना पोषणा परमात्मा करदा है। वड्डियां चार भैणां कहंदियां नहीं साडा दाता साडा पिता है। ये जिहड़ियां वड्डियां चार भैणां ये अपने पिता कोल गईयां, अपने पिता नूं शिकायत कीती कि पिता जी आ रजनी पता नहीं इन्हें कित्थों मत लई है। असी आखिया साडा पिता साडा पालन पोषण करदा, साडा पिता साडा दाता है, पर ये पता नहीं किहड़े रब दा नाम लैंदी है, किहड़े परमात्मा दा नाम लैंदी है, ये पता नहीं किहड़े वाहिगुरू दा नाम लैंदी है। ते कहंदी है कि वो साडी प्रतिपालना, वो साडी पालना पोषणा करदा है, साडा दाता वो वाहिगुरू है। ते पिता पहला ही हंकारी सी। गुरु ग्रंथ साहिब जी दे वचन माया धारी अत अन्ना बोला, शब्द ना सुनई बहु रोल घचोला। जिहदे को माया बहुती हो जाए, गुरु साहिब जी कहंदे अन्ना बोला हो जाता है, उन्होंने कुछ सुनता नहीं, उन्होंने कुछ नज़र भी नहीं आता। तो गुरु रामदास सच्चे पातशाह जी सतगुरु जी कहंदे गुरु की मत दे धारणी बनो भाई। ते बीबी रजनी ने गुरु की मत नूं जीवन में धारण कर लिया कि साडी पालना पोषणा रब करदा है, वाहिगुरू करदा है। ते पिता हंकारिया होया कहंदे अच्छा ये गल है। अपनियां पंजे पुत्रियां नूं इकट्ठियां कर लिया, सारियां नूं वारी वारी पुछण लग पिया कि तुहाडा दाता कौन है, तुहाडी प्रतिपालना कौन करदा है, तुहाडा पालन पोषण कौन करदा है। ते वड्डियां जिहड़ियां चार सी ना कहंदियां पिता जी तुसीं ही साडे दाते हो, तुसीं ही साडी प्रतिपालना करदे हो, तुसीं ही सानूं वस्त्र दिंदे हो, खाण पहनण वास्ते सोहणे पदार्थ दिंदे हो, तुसीं साडे दाते हो। ते जदों बीबी रजनी कोल आए ना पिता उहदा दुनी चंद, ते बीबी रजनी नूं भी पुछदे कि तेरी प्रतिपालना कौन करदा है। ते बीबी रजनी कहंदी पिता जी मेरी प्रतिपालना पोषणा मेरा रब करदा है, वाहिगुरू सारे जीवां नूं दातां दिंदा है। ये बीबी रजनी दी समझ विच गल आ गई। पर माफ़ करियो कोई मेरे वर्गे भुलक्कड़ ऐसे भी ने जिन्हां नूं सालां बीत गए शब्द सुनदियां कि गुरा एक देह बुझाई सबना जियां का एक दाता सो मैं विसर ना जाई। सारियां नूं दातां देण वाला एक वाहिगुरू आप है, ते उस दाते नूं छड्ड के लोग फिर पता नहीं क्यों दर दर ते भटकदे फिरदे ने। कोई कहंदा कोई लखां दा दाता दाता दिंदा, कोई कहंदा कोई माता कोई शिव जी, ते कोई देहधारी पखंडी देवतियां गुरुआं बार साधा पखंडियां पिछे तुरिया फिरदा कि साडे दाते ये ने। पर गुरु नानक देव सच्चा पातशाह कहंदा नहीं भाई ये सारे मंगते ने, असल विच सबना जियां का एक दाता सो मैं विसर ना जाई। दद्दा दाता एक है सबको देवनहार, दाता वो परमात्मा आप ही है। बीबी रजनी की समझ विच गल आ गई, कहंदी पिता जी दाता परमात्मा है, दाता वाहिगुरू है, तुसी सानू पंजां नूं रोजी दे सकदे हो पर सारे संसार नूं ते नहीं ना दे सकदे। ते सारे संसार नूं जिहड़ा पालदा है असल विच वो सारियां दा दाता है, वो रोजी देण वाला, वो पालन पोषण करन वाला है। पिता कहंदे अच्छा रजनी मैं तैनूं एक ऐसे मनुख नाल विआह दिन्ना जिहड़ा कोड़ी है, जिहड़ा पिंगला है, जिहदे हत्थ पैर नहीं चलदे, फिर वेखांगा तेरा दाता तेरा वाहिगुरू तैनूं किवें पालदा है। बीबी रजनी कहंदी पिता जी सत बचन है, मैनूं ये भी प्रवान है पर मैं अपने गुरु की मत नहीं त्यागनी। जे मेरे गुरु ने कहा है कि दाता परमात्मा है, पालन पोषण वाहिगुरू करदा है, तो मेरा पालन पोषण भी वो जरूर करेगा। मैनूं जिवें तुहाडी इच्छा मेरा विआह पिंगले नाल कर दिओ। कहंदे लागो आंढियां गवाढियां ने बीबी रजनी नूं जिहड़े प्यार करन वाले सी, मां ने भी समझाया रजनी इस तरह ना आख, वेख तेरे पिता नूं असीं समझा दिंने हैं, तेरा विआह किसी चंगे घराणे विच करांगे, पर तू अपने पिता की गल विच ना आ। पर बीबी रजनी कहंदी नहीं, ये परमात्मा की रजा है, जो दे हुक्म नूं मनदिआं उहदी रजा विच चलदिआं मैं एक पिंगले नाल भी विआही जावांगी, ते मैं परमात्मा का हुक्म मन के उहदी रजा विच रवांगी, मैं परमात्मा के भाणे नूं मन्नांगी, ते मैं भरोसा रखांगी अपने वाहिगुरू ते कि वह मैनूं उस हालत विच भी जरूर पालेगा, वो जरूर मेरा रखवाला बनेगा। रौ विचार बीबी रजनी नूं उहदे पिता ने एक पिंगले नाल विआह दिता, जिहदे हत्थ पैर मुड़े हुए, कुष्ठ का रोग शरीर के उपर है, बड़ी उहदी तरसयोग हालत है। बीबी रजनी के पिता ने इन्नी ईरखा की
कि माड़े तो माड़ा पिता भी समाज में अपनी धी नूं कुछ ना कुछ जरूर देण दा यतन करदा है। पर बीबी रजनी दे पिता ने एक चौधरी हुंदे एक राजा हुंदिया होया भी बीबी रजनी नूं तन दे वस्त्रां तो इलावा कुछ भी ना दिता। बीबी रजनी विआह के अपने सहुरे घर गई। सहुरे घर दे विच बड़ी दलिद्रता, बड़ी गरीबी, बड़ी भुखमरी का माहौल है। कुछ दिन दुख भुख सहंदियां बीबी रजनी ने बतीत कीते। अखीर मन विच आया, मना इत्थे ते मैं भी भुखी मर जाना ते मेरा पति भी, ते क्यों ना मैं अपने पति नूं नाल लैके किसी होर नगर विच जावां, किते ओह मंग तंग के किसी दे घर जाके हत्थ फैलावांगी, नाले आप रोटी खावांगी, नाले अपने पति नूं भुखा नहीं मरण देवांगी, अपने पति की सेवा करां। गुरु ग्रंथ साहिब जी के अंदर सतगुरु जी ने हर विषय ते सानू मत दिती है। हर विषय ते सतगुरु जी ने सानू ज्ञान बख्शिश किया है। तो जदों पति पत्नी के रिश्ते की गल की तो सतगुरु जी कहते धन फिर यह ना आखीअन बैण इकट्ठे होए। सतगुरु जी कहते एक घर दे विच दो पति पत्नी इकट्ठे रहिंदे ने तो मतलब ये नहीं कि ये पति पत्नी हो गए ने। सतगुरु जी कहते केवल एक घर दे विच दो जियां दा इकट्ठे रहना ही पति पत्नी नहीं अखवाउंदा। असल विच पति पत्नी वो ने एक जोत दोए मूर्ति धन फिर कहीए सोए, जिहड़े एक घर दे विच एक सोच लैके चलदे ने, जिन्हां दा ज्ञान, जिन्हां दी अकल, जिन्हां दी मत इक्को जी है। ये नहीं कि पति कुछ आखे ते पत्नी कुछ करे। गुरु साहब जी ने इहनूं पति पत्नी नहीं मन्निया। सतगुरु जी कहते पति पत्नी वो ने जिन्हां दी जोत तो भाव जिन्हां दी सोच एक है। एक जोत दोए मूर्ति धन फिर कहीए सोए। तो जदों इस तरह के जीवन नूं गुरु साहब जी ने वेख्या तो सतगुरु जी कहन लगे भाई कहो नानक जिन प्रियो परमेश्वर कर जानिया, धन सती दरगह परवानिया। जिन्हें अपने पति नूं परमेश्वर करके मान लिया ना, उन्होंने किसी होर रब दे जाके सिर झुकाउण की लोड़ नहीं जे। माफ करियो, गुरु ग्रंथ साहब सच्चे पातशाह जी कहते ने कहो नानक जिन प्रियो, प्रियो का अर्थ है पति, जिन्हें अपने पति नूं परमेश्वर करके मान लिया। सतगुरु जी कहते धन सती वो संसार ते धनता दे जोग है। दरगह परवानिया, रब दे दरगाह विच परवान है, उन्होंने रब दे घर थां मिल जाती जिहड़ी अपने पति की सेवा करती है। तो बीबी रजनी अपने पति की सेवा विच रुझ गई है। एक खारी लई सौखा करदे एक टोकरी लई, उस टोकरी विच अपने पति नूं बिठाया। भाई संतोख सिंह जी कहते कदे सिर ते चुक लैंदी है, कदे टोकरी दे एक पासे रस्सी पा के उहनूं धू के अपने पति नूं लई फिरदी है, पर अपने पिता दे नगर पट्टी वाल नहीं गई। इस इलाके वाल आ गई है जिधर अमृतसर साहब है। उस समय इनू गुरु का चक या चक रामदास आख्या जाता सी। इधर नूं तुर पई है, नगरां विच जांदी है, अपने पति नूं नगर तो बार बार बिठा जाती है। आप पिंड विचों जाके कोई प्रशादा, कोई सब्जी, कोई मंग लियाउंदी है, नाले आप छकदी, नाले अपने पति नूं छका दिंदी। रहो विचार चलदी चलदी है बीबी रजनी चक गुरु का या चक रामदास कह लो अमृतसर साहब आ गई है। उस समय ये नाम नहीं सी, उस समय नाम सी चक रामदास या गुरु का चक कहा जाता सी। जदों गुरु के चक नेड़े आई, इस नगर दे नेड़े आई है बीबी रजनी। पिता दे हुक्म विच पिता दे कहे ते पिंगले दे कुश्ती दे नाल विआह कीता। रब दी रजा नूं, परमात्मा दे भाणे नूं मन्निया, परमेश्वर दी रजा विच अपने पति दी सेवा करदी है। ते जदों कहंदे इस नगर दे विच पहुंची जिथे को अज गुरुद्वारा दुख भंजनी बेर साहब है। श्री अमृतसर साहब जदों आपां जाने ना, एक मिनट मैं आप जी दे एक मिनट विच बेनती करन लग्या। श्री हरमंदर साहब जी दीयां परिक्रमा दे अंदर अंदर ही 4, 5 ਜਾਂ 6 ਦੇ करीब होर गुरुद्वारे। आपां नूं ये तो पता है कि सचखंड श्री हरमंदर साहब ते आपां वड्डे रूप विच श्री सचखंड श्री हरमंदर साहब ही कहने ते जानते हैं, पर हरमंदर साहब दीयां परिक्रमा दे विच 5-6 होर गुरुद्वारे साहब ने। एक मैं हुणे बेनती कीती है गुरुद्वारा दुख भंजनी बेर साहब, उस तो तुसीं अगे जाओ एक होर गुरुद्वारा है गुरुद्वारा शहीद बूंगा साहब, जिथे बाबा दीप सिंह जी के सीस का संस्कार किया गया। उस तो अगे तुरोगे परिक्रमा करदियां ड्योढ़ी के कोल आओगे, उत्थे गुरुद्वारा लाची बेर साहब है, जिथे बाबा सुखा सिंह महताब सिंह ने
ਮੱਸਾ ਰੰਗੜ ਦਾ ਸਿਰ ਵੱਢਣ ਲੱਗਿਆਂ ਆਪਣੇ ਘੋੜੇ ਬੰਨੇ ਸੀ ਨਾ, ਉਸ ਬੇਰੀ ਨੂੰ ਲਾਚੀ ਬੇਰ ਆਖਿਆ ਜਾਂਦਾ ਹੈ। ਔਰ ਉਹ ਇੱਕ ਵੱਖਰਾ ਗੁਰਦੁਆਰਾ ਹੈ, ਉਹਨੂੰ ਗੁਰਦੁਆਰਾ ਲਾਚੀ ਬੇਰ ਸਾਹਿਬ ਆਖਿਆ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਪਛਾਣ ਨੂੰ ਵੇਖੋਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਹੈ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਰਚਿਆ ਤਖਤ। ਅਕਾਲ ਤਖਤ ਸਾਹਿਬ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਹੈ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾ ਪ੍ਰਕਾਸ਼ ਕੀਤਾ ਹੈ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਤੇ ਸ਼ਾਮਾਂ ਨੂੰ ਸੁਖਾਸਣ ਸਾਹਿਬ ਤੋਂ ਬਾਅਦ ਸਿੱਖਾਂ ਨੇ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਕਿੱਥੇ ਕਰਨਾ ਹੈ, ਤੇ ਉਸ ਸਮੇਂ ਅਕਾਲ ਤਖਤ ਸਾਹਿਬ ਨਹੀਂ ਸੀ ਬਣਿਆ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਚਿਆ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਸ ਕੋਠਾ ਸਾਹਿਬ ਦੇ ਅੰਦਰ ਆਪ ਵਿਸ਼ਰਾਮ ਕਰਦੇ ਸੀ, ਸਤਿਗੁਰੂ ਜੀ ਨੇ ਆਖਿਆ ਉਸ ਕੋਠਾ ਸਾਹਿਬ ਦੇ ਅੰਦਰ ਸੋਹਣਾ ਪਲੰਘਾ ਢਾਹ ਕੇ ਸੋਹਣੀ ਵਿਛਾਈ ਕਰਕੇ ਉੱਥੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਸੁਖਾਸਣ ਕੀਤਾ ਜਾਏਗਾ। ਉਸ ਅਸਥਾਨ ਨੂੰ ਗੁਰਦੁਆਰਾ ਕੋਠਾ ਸਾਹਿਬ ਆਖਿਆ ਜਾਂਦਾ ਹੈ। ਇਹ ਅਕਾਲ ਤਖਤ ਸਾਹਿਬ ਦੇ ਅੰਦਰ ਹੈ। ਜਦੋਂ ਆਪਾਂ ਅਕਾਲ ਤਖਤ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦੇ ਹਾਂ, ਨਾਲ ਹੀ ਖੱਬੇ ਪਾਸੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਸਾਹਿਬ ਹੈ, ਉਹਨੂੰ ਕੋਠਾ ਸਾਹਿਬ ਆਖਿਆ ਜਾਂਦਾ ਹੈ। ਰਹੋ ਵਿਚਾਰ, ਅਕਾਲ ਤਖਤ ਸਾਹਿਬ ਦੇ ਬੈਕ ਸਾਈਡ 'ਤੇ ਇੱਕ ਗੁਰਦੁਆਰਾ ਸਾਹਿਬ ਹੈ, ਜਿਸ ਦਾ ਨਾਮ ਹੈ ਸ਼ਹੀਦ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ। ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਹੋਏ ਨੇ। ਅਬਦਾਲੀ ਨੇ ਜਦੋਂ ਇੱਕ ਵਾਰ ਹਮਲਾ ਕੀਤਾ, ਹਜ਼ਾਰਾਂ ਫੌਜਾਂ ਉਹਦੇ ਨਾਲ ਨੇ, ਤੇ ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲ ਕੇਵਲ 30 ਗੁਰੂ ਕੇ ਸਿੰਘ ਨੇ। ਇਹਨਾਂ 30 ਗੁਰਸਿੱਖਾਂ ਨੇ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਆਏ ਅਬਦਾਲੀ ਦਾ ਮੁਕਾਬਲਾ ਕਰਕੇ ਇਹਨਾਂ ਗੁਰੂ ਕੇ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਬਣਿਆ ਹੋਇਆ ਹੈ। ਇਹ ਕਿੰਨੇ ਗੁਰਦੁਆਰੇ ਹੋ ਗਏ ਨੇ? ਪਹਿਲਾ ਦੁੱਖ ਭੰਜਣੀ ਬੇਰ ਸਾਹਿਬ, ਦੂਸਰਾ ਗੁਰਦੁਆਰਾ ਸ਼ਹੀਦ ਬੁੰਗਾ, ਤੀਸਰਾ ਗੁਰਦੁਆਰਾ ਲਾਚੀ ਬੇਰ ਸਾਹਿਬ, ਚੌਥਾ ਸ਼੍ਰੀ ਅਕਾਲ ਤਖਤ ਸਾਹਿਬ, ਉਸ ਦੇ ਅੰਦਰ ਗੁਰਦੁਆਰਾ ਕੋਠਾ ਸਾਹਿਬ, ਫਿਰ ਇਹ ਛੇਵਾਂ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਸੱਤਵਾਂ ਗੁਰਦੁਆਰਾ ਥੜਾ ਸਾਹਿਬ, ਜਿੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ। ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਕੁਝ ਸਮਾਂ ਸਤਿਗੁਰੂ ਜੀ ਉਸ ਸਥਾਨ 'ਤੇ ਬੈਠ ਕੇ ਵੱਲਾ ਸਾਹਿਬ ਦੀ ਧਰਤੀ ਵੱਲ ਤੁਰ ਪਏ ਨੇ। ਉਸ ਸਥਾਨ ਦਾ ਨਾਮ ਗੁਰਦੁਆਰਾ ਥੜਾ ਸਾਹਿਬ ਹੈ। ਔਰ ਗੁਰਦੁਆਰਾ ਥੜਾ ਸਾਹਿਬ ਦੇ ਨਾਲ ਹੀ ਗੁਰਦੁਆਰਾ ਸ਼ਹੀਦੀ ਯਾਦਗਾਰ ਸਾਹਿਬ ਬਣਿਆ ਹੋਇਆ ਹੈ, ਜਿਹੜਾ 84 ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ। 8 ਗੁਰਦੁਆਰੇ ਹੋ ਗਏ। ਇੱਕ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਹੈ, ਜਿੱਥੇ ਆਪਾਂ ਨਿਸ਼ਾਨ ਸਾਹਿਬ ਵੇਖਦੇ ਹਾਂ ਨਾ, ਉਹਨਾਂ ਦੇ ਨਾਲ ਹੀ ਇੱਕ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਹੈ। ਉਸ ਤੋਂ ਅੱਗੇ ਗੁਰਦੁਆਰਾ ਹੈ ਬੇਰ ਬਾਬਾ ਬੁੱਢਾ ਸਾਹਿਬ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਬੈਠ ਕੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਰਹੇ। ਸੋ ਇਸ ਤਰ੍ਹਾਂ 9-10 ਗੁਰਦੁਆਰੇ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਨੇ। ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਹਰ ਕੀ ਪੌੜੀ, ਗੁੰਬਦ ਸਾਹਿਬ। ਰਹੋ ਵਿਚਾਰ, ਇਹ ਸਾਨੂੰ ਇਸ ਬਾਰੇ ਗਿਆਨ ਨਹੀਂ, ਰਹੋ ਵਿਚਾਰ ਕਈਆਂ ਨੂੰ ਪਤਾ ਵੀ ਹੈ। ਸੋ ਦੁੱਖ ਭੰਜਣੀ ਬੇਰ ਸਾਹਿਬ ਗੁਰਦੁਆਰਾ ਜਿੱਥੇ ਹੈ ਨਾ ਅੱਜ, ਇੱਥੇ ਬੇਰੀਆਂ ਦਾ ਝੁੰਡ ਹੁੰਦਾ ਸੀ। ਇਤਿਹਾਸਕਾਰ ਦੱਸਦੇ ਨੇ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਵੀ ਚਰਨ ਪਏ, ਇੱਥੇ ਗੁਰੂ ਅੰਗਦ ਸਾਹਿਬ ਜੀ ਦੇ ਵੀ ਚਰਨ ਪਏ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੀ ਚਰਨ ਪਏ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਸਰੋਵਰ ਨੂੰ ਇਹਦੀ ਰਚਨਾ ਕੀਤੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ ਆਪਣਾ ਜੀਵਨ ਬਤੀਤ ਕੀਤਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਥੇ ਆਪਣਾ ਜੀਵਨ ਬਤੀਤ ਕੀਤਾ। ਤਾਂ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਬਚਪਨ ਬਤੀਤ ਕੀਤਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਰਹੇ। ਉੱਥੋਂ ਹੀ ਸਤਿਗੁਰੂ ਜੀ ਦਿੱਲੀ ਨੂੰ ਰਵਾਨਾ ਹੋਏ। ਰਹੋ ਵਿਚਾਰ, ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਹੀਂ ਆਏ ਇਸ ਧਰਤੀ 'ਤੇ। ਜਿੱਥੇ ਦੁੱਖ ਭੰਜਣੀ ਬੇਰ ਸਾਹਿਬ ਹੈ, ਇੱਥੇ ਬੇਰੀਆਂ ਦਾ ਝੁੰਡ ਹੁੰਦਾ ਸੀ। ਇੱਥੇ ਛੋਟੀ ਜਿਹੀ ਇੱਕ ਛਪੜੀ ਸੀ। ਉਸ ਛਪੜੀ ਦੇ ਕੰਢੇ 'ਤੇ ਬੇਰੀਆਂ ਦੀ ਛਾਂ ਥੱਲੇ ਇਸ ਬੀਬੀ ਰਜਨੀ ਨੇ ਆਪਣੇ ਪਿੰਗਲੇ ਪਤੀ ਨੂੰ ਬਿਠਾ ਦਿੱਤਾ। ਔਰ ਆਪ ਇਤਿਹਾਸਕਾਰ ਲਿਖਦੇ ਨੇ ਤੁੰਗ ਨਗਰ ਭੋਗਨ ਵਸਦਾ ਨਗਰ ਸੀ। ਉਸ ਨਗਰ ਦੇ ਵਿੱਚੋਂ ਇਹ ਪ੍ਰਸ਼ਾਦਾ ਪਾਣੀ ਮੰਗਣ ਵਾਸਤੇ ਗਈ ਹੈ। ਪਰ ਬਹੁਤੇ ਵਿਦਵਾਨ ਇਤਿਹਾਸਕਾਰ ਕਹਿੰਦੇ ਨੇ ਕਿ ਨਹੀਂ, ਉਸ ਸਮੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਸ ਸ਼ਹਿਰ ਨੂੰ ਵਸਾ ਚੁੱਕੇ ਸੀ। ਗੁਰੂ ਕਾ ਲੰਗਰ ਚੱਲਦਾ ਸੀ। ਬੀਬੀ ਰਜਨੀ ਦੇ ਪਿੰਗਲੇ ਪਤੀ ਨੂੰ ਵੇਖ ਕੇ, ਉਹਦੇ ਕੁਸ਼ਟ ਦੇ ਰੋਗ ਨੂੰ ਵੇਖ ਕੇ ਪਿੰਡਾਂ ਦੇ ਵਿੱਚ ਜਦੋਂ ਇਹ ਜਾਂਦੀ ਸੀ, ਲੋਕ ਨਫ਼ਰਤ ਕਰਦੇ ਸੀ
मजाक करते सी, मखौल उड़ाते सी। इस करके बीबी रजनी अपने पति नूं पिंड विच नहीं सी लैके जाती, उहनूं नगर तो बार-बार एकांत छड्ड जाती सी। ते बीबी रजनी ने अपने पति नूं बार-बार नगर तो बाहर एकांत विच उन्हां बेरियां दी छां थल्ले बिठा दिता। आप गुरु रामदास सच्चे पातशाह जी के लंगरां विच प्रसादा छकण वास्ते ते अपने पति वास्ते लिजाण वास्ते आ गई है। बीबी रजनी प्रसादा लैण आ गई है, मगर इहदा पति जिहड़ा शरीर करके रोगी है, पिंगला है, तन ते कुष्ठ दा रोग है, ये बेरियां दी छां थल्ले बैठा होया है। अखां काम करदियां ने पर बाकी शरीर काम नहीं करता। ये की वेखदा है? सामने एक पानी दी छपड़ी है। ये वेखद्यां वेखद्यां छपड़ी दे कंढे बने एक दरख्त ते एक बेरी दे उपर एक कां आया। उस कां ने आके कुछ समा बेरी दे दरख्त ते बतीत किया, 1-2 मिनट टाणी ते बैठदा। फिर इस पिंगले दे वेखद्यां वेखद्यां उन्हें उस छपड़ी दे कंढे ते आके बैठ के उस छपड़ी विचों कुछ जल छकिया। फिर उस कां ने पानी की छपड़ी विच चुब्भी मारी। जदों बाहर निकलिया, इतिहासकार लिखते हैं उहदे रंग, इहदे शरीर का रंग सफ़ेद हो चुका सी, मानो हंस बन चुकिया सी। ते उस बीबी रजनी के पति ने इस कौतक नूं तक्या, मन विच ख्याल आ गया, मना ये काला कां आया, इन्हें उस छपड़ी चों पानी पीता, इशनान किया, ये चिट्टा हो गया ते हंस बन गया। जे किते गुरु परमात्मा बख्शिश करे, शायद ये कां मैनू ही प्रेरणा देण आया होवे, चल मना तू भी इस छपड़ी दे विच पानी विच इशनान कर। जे जीवन ना बनया, जे जिंदगी ना सवरी, जे शरीर अरोग ना होया, तो घटो घट उस बीबी रजनी दे गलों ते लत्थां गाना, वो तो बेचारी सुखी जीवन बतीत कर सकेगी ना। जे मैं मर भी जाना डुब के, घटो घट उहदी जिंदगी तो सौखी हो जाएगी। इस सोच नूं लैके कहंदे उस पिंगले ने रिड़दियां उस छपड़ी के कंढे ते आया। उस छपड़ी दे विच उहने जदों चुब्भी मार दित्ती, कई छपड़ी दे विचों डिग पिया। जदों उस छपड़ी दे विच गया, उस पिंगले ने अपने तन नूं उस छपड़ी के पानी नाल पूरी तरह साफ किया। वो है तो चिक्कड़ी सी, पर वो वास्ते तो अमृत सी ना। तो गुरु रामदास सच्चे पातशाह जी के बचन ने, अमृत सर सतगुर सतवादी, जित नहातै कौआ हंस हो है। सतगुरु जी कहते भाई, ये जड़ा अमृत सरोवर है ना, ये 7 वादियां दे चरण छो प्राप्त सरोवर है। इत्थे ते कां भी नहा ले ते हंस बन जांदा है। ते उस पिंगले ने जदों छपड़ी विच इशनान किया, तन अरोग हो गया, बाहर निकलिया, अपने शरीर नूं साफ किया। इन्ने नूं बीबी रजनी प्रसादा लैके पहुँच जाती है। और जदों बीबी रजनी प्रसादा लैके पहुँची, वेख्या सामने एक तंदुरुस्त अरोग नवे नरोए शरीर वाला मनुख खड़ा है। तो ये घबरा गई, मन विच डर जिहा पैदा हो गया, मना ये जिहड़ा सामने मनुख खड़ा है, इन्हें मेरे पति नूं जरूर कतल कर दिता है, मेरे पति नूं इन्हें मार दिता है। आप ये मेरा पति होने का ढोंग रचदा, पखंड करता है। वो उस मनुख नूं जिहड़ा अरोग नवे नरोए तंदुरुस्त शरीर वाला मनुख है, उन्होंने झगड़दी है, उहदे नाल लड़ाई करदी है। उन्होंने कहती तू मेरे पति नूं कतल कर दिता, मेरा पति तो बेचारा कुष्ठ दा रोगी, मेरा पति तो पिंगला सी, तू मेरे पति नूं मार दिता है। वो कहंदा नहीं, मैं ही तेरा पति हाँ, मैं ही तेरा पिंगला पति, परमात्मा ने रहमत कर दी। मैं उस छपड़ी दे विच इशनान किया, मेरा तन अरोग हो गया। उन्हें सारी कां वाली घटना भी सुनाई, पर बीबी रजनी नूं यकीन ना होया। कहंदी है ये कहंदे लड़ते लड़ते झगड़ा करते हुए कहंदी चलो इत्थे एक महापुरख है, आपां उन्हां कोलों इस गल का फैसला करा लैने हैं, जे वो कहणगे कि तू मेरा पति ते मैं मन लवां। बीबी रजनी ते इहदा पति चलदे चलदे इस थां ते आए जिथे गुरु रामदास सच्चे पातशाह सरोवर की खुदाई करवाउंदे पए। गुरु रामदास सच्चे पातशाह जी के चरणों में आके इन्हां ने नमस्कार की, अपनी सारी घटना दसी कि आ साडे जीवन की घटना है। तो ये जिहड़ा अरोग मनुख है, जिहदे तन ते कोई रोग नहीं, ये कहंदा मैं तेरा पति हाँ। तो बीबी रजनी कहंदी मेरा पति तो कोढ़ दा रोगी सी, मेरा पति तो बेचारा पिंगला है। तो गुरु रामदास सच्चे पातशाह जी ने बीबी रजनी नूं समझाया कि बीबी रजनी
तेरे पतिव्रता धर्म तो प्रसन्न हो के, तेरे पति नूं परमेश्वर रूप जानन वाली इस भावना नूं वेख के, तेरी सेवा तो तेरे अंदर दी शुद्ध भावना नूं वेख के, तेरे अंदर दी निर्मलताई नूं वेख के परमात्मा ने बख्शिश कर दिती। वो कोई आम छपड़ी नहीं, असल दे विच वो गुरु दे चरणां नूं छूहण वाला पवित्र जल है, जिहदे विच इशनान करके तेरे पति दे तन नूं अरोगता मिली है। बीबी रजनी, असल विच यही तेरा पति है, तू इसे दी पत्नी है। तेरी सेवा तो खुश हो के परमात्मा ने तेरे ते बख्शिश कर दिती है। जिहड़ा गुरु दी मत नूं अपने जीवन विच लागू करदा है, धारण कर लैंदा है, परमात्मा प्रीख्या ते बहुत कठिन लैंदा है, परमात्मा इम्तिहान ते बड़े सख्त पा दिंदा है। पर सच ये जे कि जिहड़ा गुरु दे चरणां नाल जुड़ के गुरमत नूं जीवन विच कमा लैंदा है ना, ਉਹਨੂੰ परमात्मा ऐसियां रहमतां, ऐसियां खुशियां बख्शिश कर दिंदा है कि ਉਹ हर वेले आनंद खेड़े ते परमात्मा की बख्शिश दे नाल खुशियां भरिया जीवन बतीत करदा है। जे गुरु रामदास सच्चे पातशाह जी दे उचारण कीते बचन साडे जीवन विच पक जाण, साडे जीवन विच धारण असीं कर लईए कि गुरसिख मीत चलो गुर चाली, जो गुर कहे सोई भल मानो, हर हर कथा निराली। कि गुरु की मत नूं जीवन विच धारण करो, जीवन सफल होएगा। बेनती करा, ये जिहड़ा पिघला अरोग होया, ये दोवें पति पत्नी गुरु के सिख बने। बीबी रजनी दे पति दुनी चंद नूं जदों पता लगा कि मेरी पुत्री ते उहदे पिंगले पति ते आ बख्शिश वरती है, वो दुनी चंद अमृतसर आया, गुरु रामदास सच्चे पातशाह जी के चरणों में आके माफ़ी मंगदा है। अपनी पुत्री नूं, अपने उस जवाई नूं जिन्हों उन्हें पिंगला सोच के बीबी रजनी का विआह कर दिता सी, इस दुनी चंद का पुत्र कोई नहीं सी। उस बीबी रजनी ते उहदे पति नूं अपने घर लैके गया, उन्होंने अपनी सारी जमीन जायदाद का वारस बनाया और बीबी रजनी ते उहदे पति ने गुरसिੱਖੀ नूं कमाउंदियां परमेश्वर के नाम नाल जुड़ के अपना बाकी का जीवन बड़ियां खुशियां ते सुख नाल बतीत किया। जिहड़ा गुरु की मत नूं जीवन विच धारण करदा है, उहदे ते सतगुरु बेअंत बख्शिशां वरताउंदे ने। लख खुशियां पातशाहियां जे सतगुर नदर करे, जे गुरु बख्शिश कर दे तो जीवन विच लखां खुशियां ते रहमतां वरस जांदियां ने। होइयां भुल्लां दी खिमा, आओ बख्शो आसीस। गुरु बख्शी फतेह की सांझ पाईए प्यार नाल। आखो जी वाहिगुरू जी का खालसा, वाहिगुरू जी की फतेह।